दोहरा इत ते सहत बरात गुर लवपुर ते असकोस। इधरों महाराज सच्चे पातशाह श्री गुरु गोबिंद सिंह साहब की बरात गुरु के लाहौर पहुंची है। टिके सकल तैयारी करी नेग लाग के जोश। जदों महाराज की बरात जा टिकी गुरुद्वारा सेहरा साहब, उत्थे सेहरा बन के वस्त्र बदल के, क्योंकि 25-30 मील का घोड़ियां ते सफ़र करके गए सीगे। उन्हां दिनां विच एक दिन बरात जांदी सी, रात ठहर के अगले दिन विआह हुंदा सी ते 2-3 दिन उत्थे रुकदे सन, फिर डोली तोड़दे सन। अजकल तां सवेरे जाओ तो शाम नूं विआह करके घर आ जाते हैं। जमाना बदल गया है, रीति रिवाज बदल गए ने, ढंग तरीके बदल गए ने, साडे खाने पीने बदल गए ने, पहरावे बदल गए ने। अज तो 300 साल पहला का कल्चर ये सी, गड्डियां ते रेहड़ियां ते घोड़ियां ते टांगियां ते रथां ते सवारियां हो के बरात जाती सी ते 2-3 दिन घट्टो घट्ट उत्थे रहिंदे सन। महाराज सच्चे पातशाह जी जा टिके ने, सकल तैयारी करी नेग ला के जोश। ਜਿਹੜੇ ਉਹਨਾਂ ਦੇ ਬਾਬਾ ਹਰਜਸ ਦੇ ਪਰਿਵਾਰ ਦੇ ਖੱਤਰੀ ਹਨ, ਚਾਚੇ ਤਾਏ ਰਿਸ਼ਤੇਦਾਰ, ਉਹ ਸਾਰੇ ਇਕੱਠੇ ਹੋ ਕੇ ਵਿਆਹ ਦਾ ਤਿਆਰਾ ਕਰ ਰਹੇ ਨੇ, ਲਾਵਾਂ ਦੀ ਤਿਆਰੀ ਕਰ ਰਹੇ ਨੇ। ਪਾਦੜੀ ਛੰਦ ਜੇ ਬ੍ਰਿਧ ਮਸੰਦ ਤਿਨ ਕੋ ਹਕਾਰ। ਬਾਬਾ ਮਾਮਾ ਕਿਰਪਾਲ ਚੰਦ ਜੀ ਨੇ, ਜਿਹੜੇ ਵੱਡੇ ਬਜ਼ੁਰਗ ਮਸੰਦ ਸਨ ਗੁਰੂ ਘਰ ਦੇ, ਜਿਵੇਂ ਭਾਈ ਰਾਮ ਕੌਰ ਜੀ ਸਭ ਤੋਂ ਸ਼੍ਰੋਮਣੀ ਸਨ, ਗੁਰੂ ਘਰ ਦੇ ਹੋਰ ਮੁਖੀਏ ਮਸੰਦ ਸਨ, ਉਹਨਾਂ ਨੂੰ ਬੁਲਾ ਲਿਆ। ਧਨ ਦੀਨ ਤਿਨਹੂ ਥਾ ਦੀਨ ਡਾਰ। ਉਹਨਾਂ ਨੂੰ ਥੈਲੀਆਂ ਵਿੱਚ ਮਾਇਆ ਪਾ ਕੇ, ਰੁਪਈਏ ਪਾ ਕੇ ਦਿੱਤੇ ਹਨ। ਕਰਤੇ ਚਲੇ ਹੂੰ ਬਰਖਾ ਬਿਲੰਦ। ਉਹਨਾਂ ਨੂੰ ਕਹਿ ਦਿੱਤਾ ਵੀ 10ਵੇਂ ਪਾਤਸ਼ਾਹ ਦੇ ਉੱਤੋਂ ਦੀ ਧਨ ਦੀ ਵਰਖਾ ਕਰਦੇ ਜਾਣਾ ਹੈ। ਇਹ ਰਿਵਾਜ ਸੀ। ਸਾਡੇ ਦੇਖਦਿਆਂ ਦੇਖਦਿਆਂ ਬੜਾ ਕੁਝ ਬਦਲ ਗਿਆ ਹੈ, ਜ਼ਮਾਨਾ ਹੀ ਬਦਲ ਗਿਆ ਹੈ। ਪਹਿਲਾਂ ਜਦੋਂ ਬਰਾਤ ਜਾਂਦੀ ਲੜਾ ਘੋੜੇ ਤੇ ਬਹਿ ਕੇ ਘੋੜੀ ਤੇ ਜਾਂਦਾ ਤੇ ਮੁੰਡੇ ਦੇ ਉੱਤੋਂ ਦੀ ਲੋਕ ਪੈਸੇ ਸੁੱਟਦੇ ਸਨ। ਉਹ ਪੈਸੇ ਗਰੀਬ ਗੁਰਬੇ ਲੋਕ ਜਿਹੜੇ ਸਨ ਬੱਚੇ ਚੁੱਕ ਲੈਂਦੇ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਖਜ਼ਾਨੇ ਖੋਲ੍ਹ ਦਿੱਤੇ ਗਏ ਹਨ ਤੇ ਮਸੰਦਾਂ ਨੂੰ ਕਿਹਾ ਹੈ ਵੀ ਧਨ ਦੀ ਵਰਖਾ ਕਰਦੇ ਚਲੋ। ਜਿਮ ਮੇਘ ਉਨਵ ਵਰਖਾਏ ਬੁੰਦ। ਜਿਵੇਂ ਬੱਦਲ ਬੂੰਦਾਂ ਵਸਾਉਂਦਾ ਪਿਆ ਨਾ, ਆਹ ਦੇਖੋ ਸਾਧ ਸੰਗਤ ਜੀ, ਅੱਜ ਕਲਗੀਧਰ ਪਾਤਸ਼ਾਹ ਦੇ ਵਿਆਹ ਦੀ ਕਥਾ ਹੋ ਰਹੀ ਹੈ ਤੇ ਇੰਦਰ ਵੀ ਮੀਂਹ ਵਸਾ ਰਿਹਾ ਹੈ। ਵਰਖਾਏ ਬੂੰਦ, ਜਿਵੇਂ ਬੱਦਲ ਮੇਘ ਉਹਨੂੰ ਆਇਆ ਵਰਸਾ ਲਾਏ ਝੜੀ। ਕਹਿੰਦੇ ਉਮੜ ਉਮੜ ਕੇ ਆਉਂਦਾ ਬੱਦਲ ਤੇ ਝੜੀ ਲਾ ਕੇ ਵਸਦਾ। ਇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੋਂ ਧਨ ਦੀ ਝੜੀ ਲੱਗੀ ਹੋਈ ਹੈ। ਇੰਨੇ ਰੁਪਈਏ ਚਾਂਦੀ ਦੇ ਉੱਤੋਂ ਦੀ ਵਾਰ-ਵਾਰ ਕੇ ਸੁੱਟੇ ਜਾ ਰਹੇ ਨੇ। ਜਬ ਸੁਨੇ ਅਗਾਹੂ ਲਾਇਨ ਆਏ। ਜਦੋਂ ਬਾਬਾ ਹਰਜਸ ਜੀ ਨੂੰ ਪਤਾ ਲੱਗਾ ਕਿ ਬਰਾਤ ਆ ਗਈ ਹੈ, ਉਹ ਸਾਰੇ ਇਕੱਠੇ ਹੋ ਕੇ ਬਰਾਤ ਦਾ ਸਵਾਗਤ ਕਰਨ ਲਈ ਅੱਗੇ ਆਏ ਹਨ ਲੈਣ ਵਾਸਤੇ। ਧੁਨ ਉੱਠੇ ਅਧਿਕ ਬਾਧਿਕ ਬਜਾਏ। ਬੜੇ ਬਾਜੇ ਵੱਜੇ ਹਨ, ਇੱਕਦਮ ਧੁਨੀ ਉੱਠੀ ਹੈ, ਸ਼ਹਿਨਾਈਆਂ ਵੱਜੀਆਂ ਹਨ। ਤਬ ਮਿਲਨ ਹੇਤ ਸਾਮੀਪ ਆਨ। ਕਹਿੰਦੇ ਮਿਲਣ ਵਾਸਤੇ ਬਾਬਾ ਹਰਜਾਸੀ ਮਿਲਣੀ ਕਰਨ ਵਾਸਤੇ ਕੋਲ ਆਏ ਹਨ। ਮਾਤੁਲ ਕਿਰਪਾਲ ਇਤ ਸਾਵਧਾਨ। ਇਧਰ ਮਾਮਾ ਕਿਰਪਾਲ ਚੰਦ ਜੀ ਸਾਰੀ ਗੱਲ ਜ਼ਿੰਮੇਵਾਰੀ ਨਿਭਾ ਰਹੇ ਹਨ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹੀਦੀ ਪਾ ਚੁੱਕੇ ਸਨ। ਪਿਤਾ ਦੀ ਥਾਂ ਤੇ ਸਾਰੀ ਜ਼ਿੰਮੇਵਾਰੀ ਮਾਮੇ ਨੂੰ ਨਿਭਾਉਣੀ ਪੈਣੀ ਸੀ। ਮਾਮਾ ਕਿਰਪਾਲ ਚੰਦ ਜੀ ਬੜੀ ਸੁਚੱਜਤਾ ਨਾਲ, ਬੜੇ ਸ਼ਰਧਾ ਪਿਆਰ ਨਾਲ, ਬੜੇ ਸਾਵਧਾਨੀ ਨਾਲ ਸਾਰਾ
ਸਮਾਗਮ ਕਰਵਾ ਰਹੇ ਹਨ। ਛੂਟੇ ਨਿਸ਼ਾਨ ਅਗਵਾਨ ਜਾਤ, ਅੱਗੇ ਅੱਗੇ ਨਿਸ਼ਾਨ ਸਾਹਿਬਾਂ ਦੇ ਫਰਲੇ ਖੁੱਲੇ ਹੋਏ ਨੇ, ਝੰਡੇ ਝੂਲ ਰਹੇ ਹਨ। ਜਿਨ ਜਰੀ ਲਾਗ ਬਾਹੋ ਰੰਗ ਭਾਂਤ, ਬੜੇ ਰੰਗ ਰੰਗ ਦੇ ਜਰੀਦਾਰ ਝੰਡੇ ਝੂਲਦੇ, ਨਿਸ਼ਾਨ ਝੂਲਦੇ ਆ ਰਹੇ ਹਨ। ਦਹ ਦਿਸ਼ਨ ਮੇਲ ਇਸ ਰੀਤ ਕੀਨਾ, ਕਹਿੰਦੇ ਸਾਰੇ ਪਾਸੇ ਮੇਲ ਇਕੱਠਾ ਹੋਇਆ, ਦੋਵਾਂ ਪਾਸਿਆਂ ਤੋਂ। ਉਧਰ ਬਾਬਾ ਜੀ ਹਰਜਸ ਜੀ ਜੋ ਮਾਤਾ ਜੀਤੋ ਜੀ ਦੇ ਪਿਤਾ ਜੀ ਹਨ, ਆਪਣੀ ਲਾਹੌਰ ਦੀ ਸੰਗਤ ਲੈ ਕੇ, ਫੁੱਲਾਂ ਦੇ ਹਾਰ ਲੈ ਕੇ, ਮਠਿਆਈਆਂ ਦੇ ਟੋਕਰੇ ਲੈ ਕੇ, ਮੇਵੇ ਲੈ ਕੇ, ਸੋਹਣੇ ਸੋਹਣੇ ਘੋੜਿਆਂ ਨੂੰ ਸ਼ਿੰਗਾਰ ਕੇ ਖੜੇ ਨੇ ਭੇਟਾ ਦੇਣ ਵਾਸਤੇ। ਜਨ ਘੋਖ ਘੋਖ ਘਨ ਮਿਲਤ ਪੀਨਾ, ਇੱਧਰ ਬਰਾਤੀ ਵੀ ਬੜੇ ਸਜ ਧੱਜ ਕੇ ਵਾਜਿਆਂ ਗਾਜਿਆਂ ਨਾਲ ਪਹੁੰਚੇ ਨੇ, ਜਿਵੇਂ ਬੱਦਲ ਗਰਜ ਗਰਜ ਕੇ ਆਪਸ ਵਿੱਚ ਟਕਰਾਉਂਦੇ ਨੇ ਨਾ, ਮਿਲਦੇ ਨੇ ਖੁਸ਼ੀ ਨਾਲ। ਏਦਾਂ ਜਾਂਜੀ ਤੇ ਮਾਂਜੀਆਂ ਦਾ ਮੇਲ ਹੋਣ ਲੱਗਾ। ਬਾਬਾ ਹਰਜਸ ਦੀ ਸੰਗਤ ਲਾਹੌਰ ਦੀ ਸ਼ਬਦ ਪੜ ਰਹੀ ਹੈ। ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ, ਹਮ ਕਰ ਸਾਜਨ ਆਏ। ਸਾਚੇ ਮੇਲ ਮਿਲਾਏ, ਸਾਚੇ ਮੇਲ ਮਿਲਾਏ, ਸਾਚੇ ਮੇਲ ਮਿਲਾਏ, ਸਾਚੇ ਮੇਲ ਮਿਲਾਏ। ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜੈਸੇ ਤੀ ਮਨ ਲਾਇਆ। ਬੜੇ ਪ੍ਰੇਮ ਨਾਲ ਸੰਗਤਾਂ ਸ਼ਬਦ ਪੜ ਰਹੀਆਂ ਨੇ। ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਸ਼ਬਦ ਪੜਦੇ ਹੋਏ ਬਰਾਤ ਦਾ ਸਵਾਗਤ ਕਰ ਰਹੇ ਨੇ। ਵਾਹਨ ਭਜਾਏ ਵਾਹਨ ਉਡਾਏ, ਕਹਿੰਦੇ ਆਪਣੇ ਆਪਣੇ ਘੋੜਿਆਂ ਨੂੰ ਗੱਭਰੂ ਭਜਾਉਂਦੇ ਨੇ, ਕੁਦਾਉਂਦੇ ਨੇ। ਮਿਲ ਆਪ ਮਾਹਿ ਆਨੰਦ ਉਪਾਏ, ਤੇ ਬਾਹਾਂ ਉੱਚੀਆਂ ਕਰ ਕਰਕੇ ਗਲਵਕੜੀਆਂ ਪਾ ਪਾ ਕੇ ਮਿਲਦੇ ਨੇ, ਖੁਸ਼ ਹੋ ਕੇ ਮਿਲਦੇ ਨੇ। ਜਨ ਨਦੀ ਹਰਖ ਕੀ ਉਮੜ ਦੋਏ, ਕਵੀ ਜੀ ਕਹਿੰਦੇ ਮਨ ਖੁਸ਼ੀ ਦੀਆਂ ਦੋ ਨਦੀਆਂ ਇਕੱਠੀਆਂ ਹੋਈਆਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਖੁਸ਼ੀ ਦੀਆਂ ਦੋ ਨਦੀਆਂ ਆਪਸ ਵਿੱਚ ਮਿਲ ਰਹੀਆਂ ਨੇ। ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਰਾਤ ਹੈ, ਤੇ ਦੂਜੇ ਪਾਸੇ ਮਾਤਾ ਜੀਤੋ ਦੇ ਪੇਕੇ ਹਨ। ਹੋਏ ਸੰਗਮ ਅੰਗ ਉਮੰਗ ਸੋਏ, ਆ ਦੋਵਾਂ ਦਾ ਮੇਲ ਹੋ ਰਿਹਾ, ਜਾਂਜੀਆਂ ਤੇ ਮਾਂਜੀਆਂ ਦਾ ਸੰਗਮ ਹੋ ਰਿਹਾ। ਜਿਵੇਂ ਦੋ ਨਦੀਆਂ ਮਿਲਦੀਆਂ ਹਨ, ਉੱਥੇ ਸੰਗਮ ਹੁੰਦਾ ਹੈ, ਪ੍ਰਯਾਗ ਹੁੰਦਾ ਹੈ। ਗਨ ਵਸਤ ਅਗਰ ਗੁਰ ਕੇ ਟਿਕਾ, ਬਾਬਾ ਹਰਜਸ ਜੀ ਨੇ ਬੜੀਆਂ ਵਧੀਆ ਵਧੀਆ ਭੇਟਾਵਾਂ ਸਤਿਗੁਰੂ ਜੀ ਦੇ ਅੱਗੇ ਰੱਖੀਆਂ ਹਨ। ਸਭ ਪਰੇ ਪਾਏ ਚਿਤ ਚਾਏ ਚਾਏ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸਵਾਗਤ ਏਦਾਂ ਕੀਤਾ ਵੀ ਸਾਡੇ ਘਰ ਭਗਵਾਨ ਆ ਗਿਆ, ਪਰਮੇਸ਼ਰ ਆ ਗਿਆ, ਸਾਡੇ ਘਰ ਰੱਬ ਆ ਗਿਆ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਨਾ ਬਨ ਹਰਾ। ਕਹਿੰਦੇ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਨਾਂ ਦੇ ਮੱਥਾ ਟੇਕਿਆ ਹੈ। ਬਹੁ ਬਿਨੈ ਪਨੀ ਸਭ ਹਾਥ ਬੰਦ, ਤੇ ਲਾਹੌਰ ਦੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਹਮ ਅਲਪ ਲਘੂ ਤੁਮ ਬੜ ਬਿਲੰਦ, ਹੇ ਸੱਚੇ ਪਾਤਸ਼ਾਹ ਜੀ, ਹੇ ਕਲਗੀਧਰ ਪਿਤਾ ਜੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਤੁਸੀਂ ਬਹੁਤ ਵੱਡੇ ਹੋ, ਬਹੁਤ ਵੱਡੇ ਹੋ, ਅਸੀਂ ਬੜੇ ਛੋਟੇ ਹਾਂ। ਤੂੰ ਠਾਕਰੋ ਬੈਰਾ ਕਰੋ, ਮੈਂ ਦੇਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਮਹਾਰਾਜ ਤੁਸੀਂ ਤਾਂ ਸੁਮੇਰ ਪਰਬਤ ਵਰਗੇ ਹੋ, ਅਸੀਂ ਰਾਈ ਵਰਗੇ ਹਾਂ। ਤੁਹਾਡੇ ਸਾਹਮਣੇ ਸਾਡੀ ਗਰੀਬਾਂ ਦੀ ਕੋਈ ਔਕਾਤ ਨਹੀਂ ਹੈ। ਨਿਜ ਦਾਸ ਜਾਨ ਪਤ ਲੈਹੁ ਰਾਖ, ਇਹ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਾਸ ਹਾਂ, ਤੁਹਾਡੇ ਸੇਵਕ ਹਾਂ।
ਆਪਣੇ ਦਾਸ ਜਾਣ ਕੇ ਸਾਡੀ ਲਾਜ ਰੱਖ ਲਓ। ਅਬ ਕਿਰਪਾ ਕਰੀ ਪੂਰਨ ਭਿਲਾਖ। ਹੁਣ ਕਿਰਪਾ ਕਰੋ ਸੱਚੇ ਪਾਤਸ਼ਾਹ, ਬਖਸ਼ਿਸ਼ ਕਰੋ, ਰਹਿਮਤ ਕਰੋ। ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਸਾਡੀ ਇੱਛਾ ਪੂਰੀ ਕਰਕੇ ਸਾਡੀ ਬੇਟੀ ਦਾ ਰਿਸ਼ਤਾ ਮਨਜ਼ੂਰ ਕੀਤਾ ਹੈ। ਗਰੀਬ ਸਿੱਖਾਂ ਦੀ ਅਰਦਾਸ ਮੰਨੀ ਹੈ ਤੇ ਸਾਡੀ ਬੱਚੀ ਨੂੰ ਵਿਆਹਣ ਵਾਸਤੇ ਆਏ ਹੋ। ਤਬ ਦਇਆ ਰਾਮ ਪ੍ਰੇਰਿਓ ਕਿਰਪਾ। ਤਾਂ ਉਸ ਵੇਲੇ ਪੰਡਤ ਦਇਆ ਰਾਮ ਜੀ ਜੋ ਗੁਰੂ ਘਰ ਦੇ ਪ੍ਰੋਧ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਵੀਰ ਬਹਾਦਰ ਯੋਧੇ ਪੰਡਤ ਜਾਤੀ ਬਲਕ ਜੀ ਸਨ, ਨਾਲੇ ਤਾਂ ਗੁਰੂ ਘਰ ਦੇ ਸੋਢੀ ਕੁਲ ਦੇ ਪ੍ਰੋਧ ਸਨ, ਨਾਲੇ ਛੇਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਸਨ। ਉਹਨਾਂ ਦੇ ਪੁੱਤਰ ਪੰਡਤ ਦਇਆ ਰਾਮ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਫੌਜ ਦੇ ਜਰਨੈਲ ਵੀ ਸਨ ਤੇ ਨਾਲੇ ਗੁਰੂ ਘਰ ਦੇ ਪ੍ਰੋਧ ਸਨ। ਪੰਡਤ ਦਇਆ ਰਾਮ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਇਸ਼ਾਰਾ ਕੀਤਾ ਹੈ, ਗੁਰ ਸਸੁਰ ਸਾਥ ਮਿਲ ਮੁਦ ਵਿਸਾਲ। ਪੰਡਤ ਜੀ ਨੇ ਇਸ਼ਾਰਾ ਕੀਤਾ ਹੈ। ਪੰਡਤ ਜੀ ਕਹਿੰਦੇ ਹਨ ਕਿ ਮਾਮਾ ਕਿਰਪਾਲ ਚੰਦ ਜੀ ਤੁਸੀਂ ਅੱਗੇ ਹੋਵੋ ਤੇ ਤੁਸੀਂ ਬਾਬੇ ਹਰਜਸ ਗੁਰੂ ਹਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਹੁਰੇ ਨਾਲ ਮਿਲਣੀ ਕਰੋ। ਸ਼ੁਭ ਵਸਤਰ ਹਰਖ ਦੀਨਸ ਤੁਰੰਗ। ਮਾਮਾ ਕਿਰਪਾਲ ਚੰਦ ਜੀ ਅੱਗੇ ਵਧੇ ਨੇ, ਮਿਲਣੀ ਸ਼ੁਰੂ ਹੋਈ ਹੈ। ਕੁੜਮਾਂ ਦੀ ਮਿਲਣੀ ਹੁੰਦੀ ਨਾ ਪਹਿਲਾਂ ਸਭ ਤੋਂ, ਇੱਧਰੋਂ ਲੜਕੀ ਦੇ ਪਿਤਾ ਜੀ, ਉੱਧਰੋਂ ਲੜਕੇ ਦੇ ਪਿਤਾ ਜੀ, ਪਹਿਲਾਂ ਮਿਲਣੀ ਹੁੰਦੀ ਹੈ। ਫਿਰ ਚਾਚਿਆਂ ਦੀ, ਤਾਇਆਂ ਦੀ, ਮਾਮਿਆਂ ਦੀ, ਮਾਸਿਆਂ ਇੱਦਾਂ ਮਿਲਣੀ ਹੁੰਦੀ ਹੈ। ਤੋਂ ਪਹਿਲਾਂ ਹੁਣ ਮਿਲਣੀ ਪਿਓ ਦੀ ਥਾਂ ਤੇ ਮਾਮਾ ਕਿਰਪਾਲ ਚੰਦ ਨਹੀਂ ਕਰਨੀ, ਵੱਡੇ ਉਹੀ ਨੇ। ਮਾਮਾ ਕਿਰਪਾਲ ਚੰਦ ਜੀ ਅੱਗੇ ਹੋਏ ਨੇ ਤੇ ਬਾਬਾ ਹਰਜਸ ਜੀ ਨੂੰ ਮਿਲਣੀ ਦੇ ਨਾਲ ਗਲਵੱਕੜੀ ਪਾ ਕੇ ਮਿਲੇ ਨੇ। ਸ਼ੁਭ ਬਸਤਰ ਹਰਖ ਦੀਨਸ ਤੁਰੰਗ। ਮਾਮੇ ਕਿਰਪਾਲ ਚੰਦ ਨੂੰ ਬੜੇ ਸੋਹਣੇ ਬਸਤਰ ਤੇ ਇੱਕ ਘੋੜਾ, ਉਹਨਾਂ ਜਿਨ੍ਹਾਂ ਵਿੱਚ ਕੁੜਮਾਂ ਨੂੰ ਚੰਗੀਆਂ ਚੀਜ਼ਾਂ ਜਾਂਦਾ, ਕੋਈ ਛਾਪ ਪਾ ਦਿੰਦਾ ਸੀ, ਕੋਈ ਸੋਨੇ ਦਾ ਕੜਾ ਪਾ ਦਿੰਦਾ ਸੀ, ਕੋਈ ਕੈਂਠਾ ਪਾ ਦਿੰਦਾ ਸੀ, ਕੋਈ ਘੋੜਾ ਜੇ ਬਹੁਤਾ ਤਗੜਾ ਅਮੀਰ ਹੋਵੇ ਤੇ ਘੋੜਾ ਦੇ ਦਿੰਦਾ ਸੀ। ਮਾਮੇ ਕਿਰਪਾਲ ਚੰਦ ਨੂੰ ਇੱਕ ਬੜਾ ਸੋਹਣਾ ਘੋੜਾ ਮਿਲਣੀ ਦੇ ਸਮੇਂ ਦਿੱਤਾ ਗਿਆ ਹੈ। ਘਰ ਮਿਲੇ ਜੁਗਲ ਮਨ ਧਰ ਉਮੰਗ। ਇਧਰੋਂ ਮਾਮਾ ਕਿਰਪਾਲ ਤੇ ਉਧਰੋਂ ਬਾਬਾ ਹਰਜਸ ਗਲਵੱਕੜੀ ਪਾ ਕੇ, ਜੱਫੀ ਪਾ ਕੇ ਕੁੜਮਾਂ ਦੀ ਮਿਲਣੀ ਹੋਈ ਹੈ। ਸਨਮਾਨ ਜਾਨ ਗੁਰ ਤਿਨਹੂ ਕੇਰ। ਗੁਰੂ ਸਾਹਿਬ ਜੀ ਮਹਾਰਾਜ ਕਲਗੀਧਰ ਜੀ ਨੇ ਆਪਣੇ ਸਹੁਰੇ ਪਰਿਵਾਰ ਦਾ ਸਨਮਾਨ ਜਾਣ ਕੇ ਪਕਵਾਨ ਲੀਨ ਦਿਏ ਬਾਟ ਫੇਰ। ਉਹਨਾਂ ਵੱਲੋਂ ਲਿਆਂਦੀਆਂ ਹੋਈਆਂ ਮਠਿਆਈਆਂ, ਪਕਵਾਨਾਂ ਦੇ ਟੋਕਰੇ ਲੈ ਲਏ ਨੇ ਤੇ ਸੰਗਤ ਨੂੰ ਵੰਡ ਦਿੱਤੇ ਨੇ। ਸਭ ਜਥਾ ਜੋਗ ਕਰ ਤਿਨਹੂ ਸਾਥ। ਬੜਾ ਪਿਆਰ ਹੋਇਆ ਦੋਵਾਂ ਪਾਸਿਆਂ ਤੋਂ। ਜੋ ਮਰਿਆਦਾ ਹੁੰਦੀ ਮਿਲਣੀ ਦਾ, ਜੋ ਰੀਤੀ ਰਿਵਾਜ ਹੁੰਦਾ, ਜੋ ਇੱਕ ਸੱਭਿਅਤਾ ਹੁੰਦੀ ਹੈ, ਉਹਦੇ ਮੁਤਾਬਕ ਮਿਲਣੀ ਹੋਈ ਹੈ। ਕਰਿਵੇ ਟੁਕਾਓ ਪੁਨ ਚਹਨ ਨਾਥ। ਹੁਣ ਮਹਾਰਾਜ ਸੱਚੇ ਪਾਤਸ਼ਾਹ ਢੁਕਾ ਕਰਨ ਲਈ ਅੱਗੇ ਵਧੇ ਨੇ। ਤਬ ਚਲੇ ਪੂਰੀ ਕੇ ਸਮੁਖ ਹੋਏ। ਗੁਰੂ ਕਾ ਲਾਹੌਰ ਵਸਿਆ ਹੋਇਆ। ਸਾਧ ਸੰਗਤ ਜੀ ਕਲਗੀਧਰ ਦੀਆਂ ਸਾਰੀਆਂ ਹੀ ਗੱਲਾਂ ਨਿਆਰੀਆਂ ਨੇ। ਲਾਹੌਰ ਵਸਾ ਦਿੱਤਾ ਆਪਣੇ ਵਿਆਹ ਵਾਸਤੇ। ਗੁਰੂ ਕਾ ਲਾਹੌਰ ਅੱਜ ਵੀ ਵਸਦਾ। ਉੱਥੇ ਮਹਾਰਾਜ ਦੇ ਨਿਸ਼ਾਨ ਸਾਹਿਬ ਝੂਲਦੇ ਨੇ, ਲੰਗਰ ਚੱਲਦੇ ਨੇ, ਗੁਰਬਾਣੀ ਦੇ ਜਾਪ ਹੁੰਦੇ ਨੇ ਤੇ ਬਸੰਤ ਪੰਚਮੀ ਦਾ ਉੱਥੇ ਹਰ ਸਾਲ ਬੜਾ ਵੱਡਾ ਮੇਲਾ ਹੁੰਦਾ। ਸੇਰਾ ਸਾਹਿਬ ਗੁਰਦੁਆਰੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਹਰੇ ਸਜਾ ਕੇ ਪੰਜ ਪਿਆਰੇ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਬਾਣੀ ਪੜ੍ਹਦੀਆਂ ਜਾਂਦੀਆਂ ਨੇ। ਅੱਗੇ ਜਿਹੜੇ ਗੁਰੂ ਕੇ ਲਾਹੌਰ ਵਾਲੀਆਂ ਸੰਗਤਾਂ ਨੇ ਉਹ ਸ਼ਬਦ ਪੜ੍ਹਦੀਆਂ ਨੇ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ। ਉਹੀ ਸੀਨ ਬਣ ਜਾਂਦਾ। ਇੱਕ ਦੋ ਵਾਰੀ ਅਸੀਂ ਵੀ ਉਸ ਬਰਾਤ ਦਾ ਨਜ਼ਾਰਾ ਲਿਆ ਹੈ, ਬੜਾ ਹੀ ਆਨੰਦ ਹੁੰਦਾ। ਇੰਝ ਹੀ ਲੱਗਦਾ ਵੀ ਜਿਵੇਂ ਫਿਰ ਉਹੀ ਮਾਹੌਲ 'ਚ ਪਹਾੜਾਂ ਦੇ ਵਿੱਚ ਸੋਹਣੀ ਸੋਹਣੀ ਠੰਡੀ ਠੰਡੀ ਹਵਾ ਦੇ ਵਿੱਚ ਕਲਗੀਧਰ ਪਾਤਸ਼ਾਹ ਵਿਆਹਣ ਆ ਗਏ ਨੇ। ਸੋ ਐਸਾ ਮਾਹੌਲ ਬਣਿਆ ਹੈ ਕਿ ਦੋਵਾਂ ਪਾਸਿਆਂ ਤੋਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਰਿਹਾ। ਨਰ ਮਿਲੇ ਹਜ਼ਾਰੋਂ ਦੇਸ਼ਨ ਦੋਏ। ਇੱਕ ਪਾਸੇ ਲਾਹੌਰ ਵਾਲੇ ਨੇ, ਇੱਕ ਪਾਸੇ ਆਨੰਦਪੁਰ ਵਾਲੇ ਨੇ।
ਦੋਵਾਂ ਪਾਸਿਆਂ ਦਾ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਹੈ। ਹਜ਼ਾਰਾਂ ਲੋਕ ਨੇ ਇੱਕ ਦੂਜੀ ਨੂੰ ਗਲਵੱਕੜੀਆਂ ਪਾ ਪਾ ਕੇ, ਜੱਫੀਆਂ ਪਾ ਪਾ ਕੇ ਮਿਲਦੇ ਨੇ। ਪਰ ਖਨ ਲੱਗਿਆ ਧਨ ਏਕ ਸਾਰ। ਕਹਿੰਦੇ ਏਦਾਂ ਉਤੋਂ ਮਾਇਆ ਵਾਰ-ਵਾਰ ਸੁੱਟਦੇ ਨੇ। ਧਨ ਦੀ ਵਰਖਾ ਹੋ ਰਹੀ ਹੈ। ਜਨ ਊਨਵ ਜਲਦ ਜਲ ਜਲਦ ਡਾਰ। ਇੰਜ ਮਾਇਆ ਵਸ ਰਹੀ ਹੈ ਜਿਵੇਂ ਬੱਦਲ ਮੀਂਹ ਵਸਾਉਂਦਾ, ਕਣੀਆਂ ਪੈਂਦੀਆਂ ਨੇ ਜਿਵੇਂ। ਗਨ ਬਜਤ ਬਾਜ ਭਈ ਧੂਮ ਧਾਮ। ਬੜੇ ਬਾਜੇ ਗਾਜੇ, ਸ਼ਹਿਨਾਈਆਂ, ਨਫੀਰੀਆਂ, ਪਟੇ ਪਣਮ, ਢੋਲ ਵੱਜ ਰਹੇ ਨੇ, ਧੂਮ ਧਾਮ ਮਚੀ ਹੋਈ ਹੈ। ਬੜਾ ਕੋਲਾਹਲ ਹੋ ਰਿਹਾ 10ਵੇਂ ਪਾਤਸ਼ਾਹ ਦੇ ਵਿਆਹ ਉੱਤੇ। ਬੜ ਉੱਠੀ ਧੂਲ ਲਿਏ ਛਾਦ ਧਾਮ। ਬੜੀ ਧੂੜ ਉੱਠੀ ਹੈ, ਇੰਨੀ ਧੂੜ ਉੱਠੀ ਹੈ ਘੋੜਿਆਂ ਦੇ ਪੌੜਾਂ ਦੇ ਨਾਲ, ਲੋਕਾਂ ਦੇ ਪੈਰਾਂ ਨਾਲ, ਗੜਬੈਲਾਂ ਦੇ ਬਲਦਾਂ ਦੇ ਪੈਰਾਂ ਨਾਲ, ਕਿ ਆਕਾਸ਼ ਤੇ ਧਰਤੀ ਇੱਕ ਹੋ ਗਿਆ ਹੈ। ਚੜ ਕੇ ਉਤੰਗ ਨਰ ਨਾਰ ਹੇਰਾ। ਉੱਚੇ ਉੱਚੇ ਥਾਵਾਂ ਤੇ ਖਲੋ ਕੇ ਇਸਤਰੀਆਂ ਪੁਰਸ਼ 10ਵੇਂ ਪਾਤਸ਼ਾਹ ਮਹਾਰਾਜ ਦਾ ਸਰੂਪ ਵੇਖ ਰਹੇ ਨੇ। ਅੱਜ ਮਹਾਰਾਜ ਬੜੇ ਸੋਹਣੇ ਲੱਗ ਰਹੇ ਨੇ। ਮਾੜੀ ਮਾੜੀ ਮੁੱਛ, ਮਾੜੀ ਮਾੜੀ ਦਾੜੀ ਫੁੱਟ ਰਹੀ ਹੈ, ਨਿਰਾ ਨੂਰ ਹੀ ਚਿਹਰੇ ਤੇ ਵਸਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਰ ਮੱਥੇ ਉੱਤੇ ਹੀਰਿਆਂ ਤੇ ਮੋਤੀਆਂ ਦਾ ਸਿਹਰਾ ਸੋਭਾ ਪਾ ਰਿਹਾ ਹੈ। ਕਹਿ ਬੱਚ ਬਰਾਤ ਆਈ ਵਡੇਰਾ। ਤੇ ਲੋਕ ਕਹਿੰਦੇ ਵੱਡੀ ਬਰਾਤ ਆਈ ਹੈ, ਵੱਡੇ ਪਾਤਸ਼ਾਹ ਦੀ ਬਰਾਤ ਆਈ ਹੈ, ਸ਼ਹਿਨਸ਼ਾਹ ਦੀ ਬਰਾਤ ਆਈ ਹੈ। ਬੜੀਆਂ ਬੜੀਆਂ ਬਰਾਤਾਂ ਵੇਖੀਆਂ ਨੇ, ਪਰ ਇਹੋ ਜੀ ਬਰਾਤ ਕਦੀ ਨਹੀਂ ਤੱਕੀ। ਕਰ ਰੰਗ ਦ੍ਰਿਵਤ ਧਨ ਕੋ ਬ੍ਰਿਖਾਏ। ਕਹਿੰਦੇ ਇੰਨਾ ਧਨ ਵਸਿਆ, ਇੰਨੀ ਮਾਇਆ ਸੁੱਟੀ ਹੈ ਉਤੋਂ ਵਾਰ-ਵਾਰ ਕੇ, ਵੀ ਜਿਹੜੇ ਬਹੁਤ ਗਰੀਬ ਕੰਗਲੇ ਲੋਕ ਸਨ ਅਮੀਰ ਬਣ ਗਏ ਨੇ, ਰੱਜ ਗਏ ਨੇ ਚੁੱਪ ਚੁੱਕ ਕੇ। ਕਹਿੰਦੇ ਰੀਝ ਕੇ ਦਾਨ ਦਿਓ ਜਿਨ ਕੋ ਤਿਨ ਮੰਗਣ ਕੋ ਨਾ ਕਹੂੰ ਮਨ ਕੀਨੋ। ਜਿਹਨੂੰ ਕਲਗੀਧਰ ਪਾਤਸ਼ਾਹ ਰੀਝ ਕੇ ਦਾਨ ਦੇ ਦੇਵੇ, ਉਹਨੂੰ ਦੁਬਾਰਾ ਮੰਗਣ ਦੀ ਗੁੰਜਾਇਸ਼ ਨਹੀਂ ਰਹਿੰਦੀ, ਮਾਲਾ ਮਾਲ ਕਰ ਦਿੰਦਾ ਹੈ। ਆਪਾਂ ਸਾਰੇ ਹੀ ਗਰੀਬ ਹਾਂ ਸਾਧ ਸੰਗਤ, ਆਪਾਂ ਸਾਰੇ ਹੀ ਗਰੀਬ ਹਾਂ, ਕੁਛ ਨਹੀਂ ਸਾਡੇ ਕੋਲ, ਇੱਕੋ ਹੀ ਸਾਡੇ ਕੋਲ ਹੈ, ਕਲਗੀਧਰ ਦੀ ਕਿਰਪਾ ਹੈ। ਅੱਜ ਕਿਰਪਾ ਕਿ ਆਪਾਂ ਸਰਦਾਰੀਆਂ ਕਰ ਰਹੇ ਹਾਂ। ਬੋਲੇ ਸੋ ਨਿਹਾਲ। इन गरीब सिखन को दो पातशाही, ये याद करें हमरी गुरियाई। मैं कहते इन्हीं को सरदार बनाओ, जिन्होंने लोग कहते सी ये गरीबड़े जे ने, ये घाह खुरचन वाले ने, ये कट्ठे कीते जट बूट झीवल तरखाना, वो की जान तेग नूं हथ की को पाना। 10वें पातशाह कहते मैं इन्हां कोलों चिड़ियां तो बाज तुड़ा देंगा, गिदड़ा तो शेर बना देंगा, 1.25 लाख नाल एक लड़ा देंगा। गिदड़ों से मैं शेर बनाऊं, 1.25 लाख से एक लड़ाऊं, तब गोबिंद सिंह नाम कहाऊं। इन गरीब सिखन को देवों पातशाही, ये याद करें हमारी गुरियाई। इन्हीं को सरदार बनाऊं, तब गोबिंद सिंह नाम कहाऊं। वो बाजा वाले शहनशाह का ਅੱਜ ਜਾਹੋ ਜਲਾਲ ਵੇਖਣ ਵਾਲਾ ਹੈ। ਉਹਦੇ ਸਿਰ ਦੇ ਉੱਤੋਂ ਵਾਰ-ਵਾਰ ਕੇ ਮਾਮਾ ਕਿਰਪਾਲ ਚੰਦ ਵਰਗੇ, ਭਾਈ ਰਾਮ ਕੋਇਰ ਵਰਗੇ, ਭਾਈ ਸੰਗੋ ਸ਼ਾਹ ਵਰਗੇ ਮਾਇਆ ਸੁੱਟ ਰਹੇ ਨੇ, ਤੇ ਗਰੀਬ ਗੁਰਬਾ ਚੁੱਕ ਚੁੱਕ ਕੇ ਮਾਲਾ ਮਾਰ ਹੋਈ ਜਾਂਦਾ ਹੈ। ਤੈ ਸਦਨ ਪੌਰ ਲਗ ਸਕਲ ਜਾਏ। ਜਿੱਥੇ ਗੁਰੂ ਕੇ ਲਾਹੌਰ ਦਾ ਦਰਵਾਜ਼ਾ ਬਣਿਆ ਸੀ, ਗੇਟ ਬਣਿਆ ਹੋਇਆ ਸੀ, ਉੱਥੇ ਪਹੁੰਚੇ ਹਨ। ਸਭ ਹਟੇ ਬਹੁਰ ਜਨਵਾਸ ਥਾਨ। ਤੇ ਇੱਕ ਪਾਸੇ ਜੰਜ ਘਰ ਬਣਿਆ ਹੋਇਆ, ਜੰਜ ਘਰ ਜਨਵਾਸਾ ਵੀ ਕਹਿੰਦੇ ਨੇ, ਜਿੱਥੇ ਬਰਾਤ, ਅੱਜ ਕੱਲ ਤੇ ਸਾਰਾ ਕੁਝ ਪ੍ਰੋਗਰਾਮ ਪੈਰਿਸ 'ਚ ਹੁੰਦਾ, ਪੈਰਿਸ ਦੇ ਵਿੱਚ ਹੀ ਵਿਆਹ ਹੁੰਦੇ ਨੇ, ਪਾਰਟੀਆਂ ਹੁੰਦੀਆਂ ਨੇ, ਸਾਰਾ ਪਹਿਲੇ ਜ਼ਮਾਨੇ 'ਚ ਜੰਜ ਘਰ ਬਣੇ ਹੁੰਦੇ ਸੀ। ਜੰਜ ਘਰ ਦੇ ਵਿੱਚ ਮੰਜੇ ਬਿਸਤਰੇ ਲੱਗੇ ਹੁੰਦੇ ਸੀ, ਬਰਾਤੀ ਆਉਂਦੇ ਸੀ, ਉਹਨਾਂ ਮੰਜਿਆਂ 'ਤੇ ਬੈਠ ਜਾਂਦੇ ਸੀ ਆਰਾਮ ਨਾਲ। ਉੱਥੇ ਉਹਨਾਂ ਦੇ ਕੋਲ ਚਾਹ ਪਾਣੀ, ਦੁੱਧ ਪਾਣੀ, ਲੱਸੀ, ਜੋ ਵੀ ਛਕਣਾ ਹੁੰਦਾ ਸੀ ਆਉਂਦਾ ਸੀ, ਉਹ ਛਕਦੇ ਸੀ। ਉੱਥੇ ਇਸ਼ਨਾਨ ਪਾਣੀ ਕਰਦੇ ਸੀ, ਕੱਪੜੇ ਬਦਲਦੇ ਸੀ। ਫਿਰ ਜਦੋਂ ਵਿਆਹ ਦਾ ਟਾਈਮ, ਪ੍ਰਸ਼ਾਦੇ ਦਾ ਟਾਈਮ ਹੁੰਦਾ ਸੀ, ਉਹ ਪ੍ਰਸ਼ਾਦਾ ਛਕਣ ਜਾਂਦੇ ਸੀ।
ਪ੍ਰਸ਼ਾਦੇ ਤੋਂ ਆ ਕੇ ਫਿਰ ਆਰਾਮ ਕਰਦੇ ਸੀ। ਫਿਰ ਜਦੋਂ ਵਿਆਹ ਦਾ ਟਾਈਮ ਹੁੰਦਾ ਸੀ, ਫਿਰ ਉਹ ਵਿਆਹ ਦੇ ਟਾਈਮ ਤੇ ਬਰਾਤੀ ਫਿਰ ਬਾਜਿਆਂ ਨਾਲ ਜਾਂਦੇ ਸੀ, ਫਿਰ ਲਾਵਾਂ ਹੁੰਦੀਆਂ ਸੀ, ਫਿਰ ਉਹ ਵਾਪਸ ਉੱਥੇ ਆ ਜਾਂਦੇ ਸੀ, ਫਿਰ 2-3 ਦਿਨ ਰਹਿ ਕੇ ਡੋਲੀ ਲੈ ਕੇ ਵਾਪਸ ਮੁੜਦੇ। ਇੱਦਾਂ ਦਾ ਰਿਵਾਜ ਸੀਗਾ, ਉਸ ਵੇਲੇ ਦਾ ਕਲਚਰ ਸੀਗਾ। ਸਾਡੇ ਦੇਸ਼ ਦੇ ਸਾਰੇ ਪਾਸਿਆਂ 'ਚ ਲਗਭਗ ਪੰਜਾਬ ਵਿੱਚ ਤਾਂ ਇੱਦਾਂ ਹੀ ਹੁੰਦਾ ਸੀ। ਸੋ ਕਹਿੰਦੇ ਸਾਰੇ ਹੁਣ ਮਿਲਣੀ ਕਰਨ ਤੋਂ ਬਾਅਦ ਜੰਝ ਘਰ ਵਿੱਚ ਆ ਗਏ ਨੇ, ਜਿੱਥੇ ਬਰਾਤ ਜੰਝ ਢੁਕਾ ਕਰਕੇ ਬੈਠ ਜਾਂਦੀ ਹੈ। ਗੁਰ ਕਰੇ ਖਰੇ ਕਹਿ ਪੌਰ ਜਾਨ, ਜਿੱਥੇ ਅੰਦਰ ਜਾਣ ਦਾ ਦਰਵਾਜ਼ਾ ਸੀ ਉੱਥੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਰੋਕ ਲਿਆ। ਅੱਜ ਕੱਲ੍ਹ ਤਾਂ ਹੋਰ ਤਰੀਕੇ ਨਾਲ ਰੋਕਦੇ, ਮਾਫ ਕਰ ਦੇਣਾ, ਕਿਵੇਂ ਰੋਕਦੇ ਭਲਾ? ਇੱਕ ਰੀਬਨ ਲਾ ਦਿੰਦੇ, ਉੱਤੇ ਲਿਖਿਆ ਹੁੰਦਾ ਨਾਕਾ ਸਾਲੀਆਂ ਦਾ, ਤੇ ਉਹ ਚੰਗੀ ਦਾਨ ਦਛਨਾ ਲੈ ਕੇ ਕੈਂਚੀ ਦਿੰਦੀਆਂ ਤੇ ਫਿਰ ਰੀਬਨ ਕੱਟ ਕੇ ਅੰਦਰ ਵਾੜਦੀਆਂ। ਇਹ ਨਵੇਂ ਜ਼ਮਾਨੇ ਦਾ ਰਿਵਾਜ ਹੈ। ਪਹਿਲਾਂ ਕੀ ਹੁੰਦਾ ਸੀ ਉਹ ਸੁਣ ਲਓ। ਗੁਰੂ ਸਾਹਿਬ ਨੂੰ ਦਰਵਾਜ਼ੇ ਤੇ ਬੀਬੀਆਂ ਨੇ ਰੋਕ ਲਿਆ ਹੈ। ਗਨਨਾਰ ਆਰਤੀ ਹਾਥ ਧਾਰ, ਸਾਰੀਆਂ ਬੀਬੀਆਂ ਨੇ ਇੱਕ ਥਾਲ ਲਾਇਆ, ਥਾਲ 'ਚ ਦੀਵੇ ਬਾਲੇ, ਵਿੱਚ ਕੇਸਰ ਚੰਦਨ ਰੱਖਿਆ ਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਆਰਤੀ ਕਰ ਰਹੀਆਂ। ਜਿਵੇਂ ਬਾਣੀ ਵਿੱਚ ਆਉਂਦਾ ਨਾ ਕਿ ਧਾਰ ਕੇ ਆਰਤੀ ਦੀਪ ਜਗਾਇਓ, ਫੂਲ ਸੁਗੰਧ ਸੋ ਅਛਤ ਦਛਨ ਜਛਨ ਜੀਤੋ ਗੀਤ ਸੋ ਗਾਇਓ, ਧੂਪ ਜਗਾਏ ਕੈ ਸੰਖ ਬਜਾਏ ਕੈ ਸੀਸ ਨਿਵਾਏ ਕੈ ਬੈਨ ਸੁਣਾਇਓ। ਉਹ ਦਸਮ ਪਾਤਸ਼ਾਹ ਦੀ ਬਾਣੀ ਆਉਂਦਾ। ਉਸ ਤਰ੍ਹਾਂ ਉਹਨਾਂ ਨੇ ਧੂਪ ਦੀਪ ਕਿਰਤ ਸਾਜ ਆਰਤੀ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ। ਵਾਰ ਮੇ ਜਾਓ ਕਮਲਾ ਪਰ, ਇੱਕ ਥਾਲ ਦੇ ਵਿੱਚ ਦੀਵੇ ਬਾਲ ਕੇ। ਕਈ ਲੋਕ ਸ਼ੰਕਾ ਕਰਦੇ ਆ ਜੀ ਬਾਹਮਣਵਾਦ ਹੈ। ਸਾਧ ਸੰਗਤ ਜੀ, ਸਾਰਾ ਕੁਝ ਠੇਕਾ ਬਾਹਮਣਾਂ ਨੇ ਨਹੀਂ ਲਿਆ। ਆਪਣੇ ਗੁਰੂ ਦੀ ਪੂਜਾ ਕਰਨ ਅਸੀਂ ਵੀ ਕਰ ਸਕਦੇ ਹਾਂ। ਜਿਹੜੀ ਗਗਨਮੈ ਥਾਲ ਵਾਲੀ ਆਰਤੀ ਹੈ ਉਹ ਨਿਰਾਕਾਰ ਦੀ ਹੈ। ਜਿਹੜਾ ਪਰਮੇਸ਼ਰ ਸਰਵ ਵਿਆਪਕ ਬ੍ਰਹਮੰਡ ਵੱਡੀ ਖੇਡ ਹੈ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਵਿਰਾਟ ਰੂਪ ਦੀ ਆਰਤੀ ਕੀਤੀ। ਗਗਨਮੈ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਉਹ ਵਿਰਾਟ ਰੂਪ ਦੀ ਹੈ। ਤੇ ਉਹਦੇ ਵਿੱਚ ਜਿਹੜੇ ਸ਼ੰਕਾ ਕਰਦੇ ਨਾ ਵੀ ਦੀਵੇ ਬਾਲ ਕੇ ਆਰਤੀ ਨਹੀਂ ਕਰਨੀ ਚਾਹੀਦੀ, ਇਹ ਗਗਨਮੈ ਥਾਲ ਦਾ ਪ੍ਰਮਾਣ ਦਿੰਦੇ ਨੇ। ਉਹ ਇਸੇ ਸ਼ਬਦ ਵਿੱਚ ਪੜ੍ਹ ਲੈਣ ਵੀ ਪਵਨ ਚਵਰੋ ਕਰੇ, ਅਕਾਲ ਪੁਰਖ ਦੇ ਸਿਰ ਤੇ ਚੌਰ ਹਵਾ ਕਰ ਰਹੀ ਹੈ। ਫਿਰ ਤੁਸੀਂ 2-2 ਹਜ਼ਾਰ ਦਾ ਚੌਰ ਕਿਉਂ ਰੱਖਿਆ ਇੱਥੇ? ਮੈਂ ਉਹਨਾਂ ਨੂੰ ਪੁੱਛਦਾ, ਜੇ ਦੀਵੇ ਬਾਲ ਕੇ ਆਰਤੀ ਕਰਨੀ ਬਾਹਮਣਵਾਦ ਹੈ ਤੇ ਫਿਰ ਚੌਰ ਉੱਤੇ ਕਰਨਾ ਵੀ ਬਾਹਮਣਵਾਦ ਨਹੀਂ? ਨਹੀਂ, ਇਹ ਆਪਣੇ ਗੁਰੂ ਦੀ ਪੂਜਾ ਹੈ, ਉਹ ਪਰਮਾਤਮਾ ਦੀ ਪੂਜਾ ਹੈ, ਬ੍ਰਹਮੰਡ ਦੀ। ਇਹ ਫਰਕ ਹੈ। ਸੋ ਸ਼ੰਕਾ ਨਹੀਂ ਕਰਨਾ। ਕਹਿੰਦੇ ਵੀ ਉਹਨਾਂ ਨੇ ਮਾਈਆਂ ਨੇ ਆਰਤੀ ਬਣਾ ਕੇ ਫੁੱਲ ਪਾ ਕੇ ਬੜੇ ਸੋਹਣੇ ਸੋਹਣੇ ਵਿੱਚ ਸੁਗੰਧੀ ਵਾਲੇ ਕੇਸਰ ਚੰਦਨ ਆਦਿਕ ਪਦਾਰਥ ਰੱਖ ਕੇ ਸਤਿਗੁਰਾਂ ਦੀ ਆਰਤੀ ਕੀਤੀ ਹੈ। ਬਹੁ ਗਾਏ ਗੀਤ ਕਰ ਕਰ ਸ਼ਿੰਗਾਰ, ਬੀਬੀਆਂ ਬੜੇ ਸੋਹਣੇ ਬਸਤਰ ਸੋਹਣੇ ਗਹਿਣੇ ਪਹਿਨ ਕੇ ਹਾਰ ਸ਼ਿੰਗਾਰ ਕਰਕੇ ਖੜੀਆਂ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਗੀਤ ਗਾ ਰਹੀਆਂ ਨੇ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਭਾਵੈ। ਉਹ ਵੀ ਕੀ ਪੜ ਰਹੀਆਂ ਨੇ? ਆਓ ਜੀ ਤੁਮ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣਾ, ਸੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਉਹ ਗੁਰੂ ਪਾਤਸ਼ਾਹ ਨੂੰ ਜੀ ਆਇਆਂ ਕਹਿ ਰਹੀਆਂ ਨੇ, ਸਵਾਗਤ ਕਰ ਰਹੀਆਂ ਨੇ। ਇਹ ਨਹੀਂ ਵੀ ਨਾਕਾ ਲਾ ਕੇ ਖਲੋ ਗਈਆਂ ਨੇ ਵੀ ਪਹਿਲਾਂ ਕੈਂਚੀ ਕੱਢੋ ਫਿਰ ਅੰਦਰ ਵੜਨ ਦੀਆਂ ਆਈਆਂ। ਇਹ ਨਵਾਂ ਰਿਵਾਜ ਹੈ। ਚਲੋ ਇਹ ਕੋਈ ਕਰੇ ਨਾ ਕਰੇ, ਆਪਾਂ ਉਹ ਤੇ ਗਿਣਤੂ ਨਹੀਂ ਕਰਦੇ, ਪਰ ਜਿਹੜੀ ਉਸ ਵੇਲੇ ਦੀ ਰੀਤੀ ਰਿਵਾਜ ਸੀ ਉਹ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ। ਹਾਂਜੀ, ਬੜਵਾਸ ਤਿਆਗ ਪੁੱਤਰੇ ਅਲੋਏ, ਕਹਿੰਦੇ ਗੁਰੂ ਸੱਚੇ ਪਾਤਸ਼ਾਹ ਘੋੜੀ ਤੋਂ ਉਤਰੇ ਹਨ। ਚੌਂਕੀ ਦਸਾਏ ਤਿਸ ਪਰ ਖਰੋਏ, ਅੱਗੇ ਚੌਂਕੀ ਢਾ ਦਿੱਤੀ, ਮਹਾਰਾਜ ਚੌਂਕੀ ਤੇ ਖਲੋ ਗਏ ਹਨ। ਕਰਨ ਨਮੋ ਨਾਰ ਗੁਰ ਕਾਉ ਨਿਹਾਰ, ਕਹਿੰਦੇ ਜਦੋਂ ਮਹਾਰਾਜ ਚੌਂਕੀ ਤੇ ਖਲੋ ਗਏ ਨੇ, ਘੋੜੀ ਤੋਂ ਉਤਰ ਪਏ ਨੇ, ਤਾਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤਾ। ਕੋਈ ਬੇਅਦਬੀ ਵਾਲਾ ਵਾਕ ਨਹੀਂ ਬੋਲਿਆ। ਉਹਨਾਂ ਨੂੰ ਪਤਾ ਹੈ ਕਿ ਗੁਰੂ ਨਾਨਕ ਦੀ ਜੋਤ ਹੈ। ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਜੀ ਹਨ।
ਜਿੰਨਾ ਸਤਿਕਾਰ ਕਰਨਾ ਚਾਹੀਦਾ ਉਸ ਤੋਂ ਵੱਧ ਕੇ ਕੀਤਾ ਹੈ। ਤਬ ਕਰੀ ਆਰਤੀ ਭੁਜ ਪਸਾਰ। ਉਹਨਾਂ ਬੀਬੀਆਂ ਨੇ ਮਹਾਰਾਜ ਦੀ ਆਰਤੀ ਕੀਤੀ ਹੈ, ਸਤਿਕਾਰ ਕੀਤਾ ਹੈ। ਕੁਲ ਰੀਤ ਕਰੀ ਸਗਰੀ ਸੰਭਾਰ। ਜਿਹੜੀ ਗੁਰੂ ਘਰ ਦੀ ਕੁੱਲ ਰੀਤੀ ਸੀ, ਮਰਿਆਦਾ ਸੀ, ਉਹ ਚੰਗੀ ਤਰ੍ਹਾਂ ਕੀਤੀ ਹੈ। ਗੁਰੂ ਘਰ ਦੇ ਵਿੱਚ ਜੋ ਸਨਮਾਨ ਦੀ ਰੀਤੀ ਹੈ, ਮਰਿਆਦਾ ਹੈ, ਗੁਰੂ ਦਾ ਗੁਰ ਪੂਜਾ ਵਿਧ ਸਹਿਜ ਕਰਨ। ਗੁਰੂ ਦੀ ਪੂਜਾ ਬੜੀ ਵਿਧੀ ਨਾਲ ਕਰੀਦੀ ਹੈ, ਐਵੇਂ ਨਹੀਂ ਗਲੋਂ ਫਾ ਲਾਈਦਾ, ਪਿਆਰ ਨਾਲ, ਅਦਬ ਨਾਲ, ਸ਼ਰਧਾ ਨਾਲ ਗੁਰੂ ਦਾ ਸਵਾਗਤ ਕਰੀਦਾ। ਬੜੇ ਅਦਬ ਨਾਲ, ਸ਼ਰਧਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੂਜਾ ਕੀਤੀ ਹੈ। ਅਸਵਾਰ ਹੋਏ ਬਹੁਰੋ ਕਿਰਪਾਲ। ਫਿਰ ਮਹਾਰਾਜ ਘੋੜੀ ਤੇ ਸਵਾਰ ਹੋ ਗਏ ਨੇ। ਜਨਵਾਸ ਹੁਤੋ ਤਹਿ ਕਰ ਪਿਆ। ਜਿੱਥੇ ਜੰਝ ਘਰ ਜੰਝੀ ਠਹਿਰੇ ਨੇ, ਬਰਾਤੀ ਠਹਿਰੇ ਨੇ, ਉੱਥੇ ਗਏ ਨੇ ਗੁਰੂ ਕਲਗੀਧਰ ਜੀ। ਤੰਬੂ ਸਮਿਆਨ ਗਨਤਾਨ ਥਾਨ। ਉੱਥੇ ਬੜੇ ਤੰਬੂ ਸ਼ਮਿਆਨੇ ਲੱਗੇ ਹੋਏ ਨੇ, ਟੈਂਟ ਲੱਗੇ ਹੋਏ ਨੇ, ਵਧੀਆ ਵਧੀਆ ਸੋਹਣੀਆਂ ਕਨਾਤਾਂ ਲੱਗੀਆਂ ਹੋਈਆਂ ਨੇ, ਸੋਹਣੇ ਮੰਜੇ, ਸੋਹਣੇ ਬਿਸਤਰੇ ਲੱਗੇ ਹੋਏ ਨੇ। ਦੀਰਘ ਸੁਹਾਏ ਜਿਨ ਅਨੇਕ ਰੰਗ। ਵੱਡੇ ਵੱਡੇ ਤੰਬੂ ਲੱਗੇ ਹੋਏ ਨੇ, ਵੱਡੀਆਂ ਵੱਡੀਆਂ ਕਨਾਤਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦੇ ਰੰਗ ਬੜੇ ਸੋਹਣੇ ਨੇ। ਕੋਈ ਲਾਲ ਰੰਗ ਦੀਆਂ, ਕੋਈ ਪੀਲੇ ਰੰਗ ਦੀਆਂ, ਕੋਈ ਗੁਲਾਬੀ ਰੰਗ ਦੀਆਂ ਕਨਾਤਾਂ ਲੱਗੀਆਂ ਹੋਈਆਂ ਨੇ। ਰੇਸ਼ਮ ਸੋ ਡੋਰ ਲਾਗੇ ਉਤੰਗ। ਰੇਸ਼ਮ ਦੀਆਂ ਡੋਰਾਂ ਨਾਲ ਚਾਨਣੀਆਂ ਕੱਸੀਆਂ ਹੋਈਆਂ ਨੇ। ਗੁਰ ਹਿਤ ਬਿਲੰਦ ਤੰਬੂ ਲਗਾ। ਗੁਰੂ ਮਹਾਰਾਜ ਦੇ ਵਾਸਤੇ ਵੱਡਾ ਤੰਬੂ ਲਾਇਆ ਹੋਇਆ। ਸਤਿਗੁਰੂ ਜਿਸ ਤੰਬੂ 'ਚ ਨਿਵਾਸ ਕਰਨਗੇ ਉਹ ਤੰਬੂ ਬੜਾ ਆਲੀਸ਼ਾਨ, ਬੜਾ ਸੋਹਣਾ ਹੈ। ਤਹਿ ਬਰੇ ਜਾਏ ਸਤਿਗੁਰ ਸੁਹਾਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸੋਹਣੇ ਤੰਬੂ ਵਿੱਚ ਪ੍ਰਵੇਸ਼ ਕੀਤਾ ਹੈ। ਦੋਹਰਾ ਬੀਚ ਚੰਦੋਆ ਚਾਨਣੀ ਤਾਨੇ ਰੇਸ਼ਮ ਡੋਰ। ਕਹਿੰਦੇ ਉਹਦੇ ਵਿੱਚ ਬੜੀ ਸੋਹਣੀ ਚਾਨਣੀ ਲੱਗੀ ਆ, ਜਿਵੇਂ ਮਹਾਰਾਜ ਦੇ ਸੀਸ ਤੇ ਚੰਦੋਆ ਹਰ ਜਗ੍ਹਾ ਤੇ ਲਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਗੁਰਾਂ ਦੇ ਸਤਿਕਾਰ ਵਜੋਂ ਬਾਬਾ ਹਰਜਸ ਜੀ ਨੇ ਬੜੀ ਸੋਹਣੀ ਵਿਵਸਥਾ ਕੀਤੀ। ਬੜਾ ਸੋਹਣਾ ਤੰਬੂ ਲਾਇਆ, ਉਹਦੇ ਵਿੱਚ ਬੜੀ ਸੋਹਣੀ ਚਾਨਣੀ ਚੰਦੋਆ ਲਾਇਆ, ਰੇਸ਼ਮ ਦੀਆਂ ਡੋਰਾਂ ਨਾਲ ਉਹਨੂੰ ਕੱਸਿਆ ਹੋਇਆ ਹੈ। ਲਗੀ ਕਨਾਤ ਬਨਾਤ ਕੀ ਸਭ ਮਖਮਲ ਚਉ ਔਰ ਬੜੀ ਸੋਹਣੀਆਂ ਕਨਾਤਾਂ, ਵਧੀਆ ਮਖਮਲੀ ਕਨਾਤਾਂ ਲਾਈਆਂ ਹੋਈਆਂ ਚਾਰੇ ਪਾਸੇ। ਤਜ ਤਜ ਵਾਹਨ ਸਕਲ ਹੀ ਬੈਠੇ ਬ੍ਰਿੰਦ ਮਝਾਰ। ਸਾਧ ਸੰਗਤ ਜੀ ਹੁਣ ਸਾਰੇ ਆਪਣੇ ਆਪਣੇ ਗੱਡਿਆਂ ਤੋਂ, ਰੱਥਾਂ ਤੋਂ, ਗੜਬੈਲਾਂ ਤੋਂ, ਘੋੜਿਆਂ ਤੋਂ ਉਤਰ ਕੇ ਉਸ ਜੰਝ ਘਰ ਦੇ ਵਿੱਚ ਜਾ ਕੇ ਆਪਣੇ ਆਪਣੇ ਮੰਜਿਆਂ ਤੇ ਬੈਠ ਗਏ। ਅੱਜ ਕੱਲ੍ਹ ਤਾਂ ਕੁਰਸੀਆਂ ਮੇਜ਼ਾਂ ਦਾ ਰਿਵਾਜ ਹੈ ਪੈਲਸਾਂ ਦੇ ਵਿੱਚ। ਪਹਿਲਾਂ ਮੰਜੇ ਲਾਉਂਦੇ ਸੀ, ਉਹਨਾਂ ਦੇ ਸੋਹਣੇ ਬਿਸਤਰੇ ਵਿਛਾਉਂਦੇ ਸੀ। ਆਪਣੇ ਆਪਣੇ ਆਸਣਾਂ ਤੇ ਜਾ ਕੇ ਸਾਰੇ ਬੈਠ ਗਏ ਬਰਾਤੀ। ਮਨਹੂ ਸੁਧਰਮ ਸ਼ੋਭਤੀ ਵਸਨ ਭੂਖਣ ਚਾਰ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਨੂੰ ਇੰਝ ਲੱਗਦਾ ਕਿ ਦੇਵਤਿਆਂ ਦੀ ਸਭਾ ਲੱਗੀ ਹੋਈ ਹੈ ਤੇ ਵਿੱਚ ਇੰਦਰ ਬੈਠੇ ਹੋਏ ਹਨ। ਇੰਦਰ ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਦਰ ਸਮਾਨ ਹਨ ਤੇ ਗੁਰੂ ਕੇ ਸਿੱਖ ਬਰਾਤੀ ਦੇਵਤਿਆਂ ਦੇ ਸਮਾਨ ਹਨ। ਜਿਨ ਮਾਨਸ ਤੇ ਦੇਵਤੇ ਕੀਏ ਗਲਤ ਨਾ ਲਾਗੀ ਬਾਤ। ਉਹ ਕਲਗੀਆਂ ਵਾਲਾ ਪਾਤਸ਼ਾਹ ਜਿਸ ਨੇ ਮਨੁੱਖਾਂ ਨੂੰ, ਆਮ ਲੋਕਾਂ ਨੂੰ ਦੇਵਤੇ ਬਣਾਤਾ, ਉਹ ਸਤਿਗੁਰੂ ਵਿੱਚ ਸੋਭਾ ਪਾ ਰਹੇ ਨੇ ਇੰਦਰ ਸਮਾਨ। ਚੌਪਈ ਲਾਵਾਂ ਲੈਣ ਸਮੇਂ ਤਬ ਆਇਆ। ਹੁਣ ਲਾਵਾਂ ਦਾ ਟਾਈਮ ਹੋ ਗਿਆ। ਜਦੋਂ ਲਾਵਾਂ ਲੈਣ ਦਾ ਸਮਾਂ ਆਇਆ, ਤੇਨ ਧੂਲ ਵੇਲਾ ਦਰਸਾਇਓ। ਉਸ ਵੇਲੇ ਕਹਿੰਦੇ ਸੀ ਗਊ ਧੂੜ ਦਾ ਸਮਾਂ, ਉਹਨੂੰ ਤੇਨੂੰ ਧੂਲ ਵੀ ਕਹਿੰਦੇ ਸੀ। ਜੋ ਵਰਤਾਰਾ ਉਸ ਜ਼ਮਾਨੇ ਦਾ ਸੀ, ਕਵੀ ਜੀ ਨੇ ਸਾਰਾ ਲਿਖਿਆ ਹੈ। ਅੱਜ ਕੱਲ੍ਹ ਕਈਆਂ ਨੂੰ ਇਸ ਗੱਲ ਤੇ ਬੜਾ ਵੀ ਇਹ ਕੀ ਲਿਖਿਆ ਹੋਇਆ, ਇਹ ਕੀ ਲਿਖਿਆ, ਬੜੇ ਸ਼ੰਕੇ ਕਰ ਰਹੇ ਗੁਰਪ੍ਰਤਾਪ ਦੀ ਨਿੰਦਾ ਕਰਨ ਲਈ। ਉਹ ਜ਼ਮਾਨੇ ਨੂੰ ਅੱਜ ਦੇ ਜ਼ਮਾਨੇ ਨਾਲ ਨਾ ਜੋੜੋ। ਅੱਜ ਦੇ ਸਮੇਂ 'ਚ ਬਹੁਤ ਕੁਝ ਬਦਲ ਚੁੱਕਾ ਹੈ। ਲੋਕਾਂ ਦੇ ਰੀਤੀ ਰਿਵਾਜ, ਖਾਣ ਪੀਣ, ਪਹਿਰਾਨ, ਬੋਲੀ ਬਦਲ ਚੁੱਕੀ ਹੈ, ਤਰੀਕੇ ਬਦਲ ਚੁੱਕੇ। ਸਾਡੇ ਦੇਖਦਿਆਂ ਬੜਾ ਕੁਝ ਬਦਲ ਗਿਆ। 300 ਸਾਲਾਂ 'ਚ ਤਾਂ ਪਤਾ ਨਹੀਂ ਕਿੰਨਾ ਕੁਝ ਬਦਲਿਆ। ਉਸ ਵੇਲੇ ਜੋ ਕੁਝ ਸੀ
ਉਹ ਕਹਿੰਦੇ ਜਦੋਂ ਲਾਵਾਂ ਦਾ ਸਮਾਂ ਹੋਇਆ ਹੈ, ਦਿਜ ਪਹੁੰਚਿਓ ਉਤ ਲਾਵਤ ਤਵੈ। ਬਾਬਾ ਹਰਜਸ ਜੀ ਸੁਭਿੱਖੀ ਦੇ ਪ੍ਰੋਤ, ਉਹਨਾਂ ਦਿਨਾਂ ਵਿੱਚ ਵਿਆਹ ਦਾ ਸੱਦਾ ਪ੍ਰੋਤ ਦਿੰਦੇ ਸਨ। ਸਿਆਣੇ ਪੰਡਤ, ਪੜ੍ਹੇ ਲਿਖੇ ਵਿਦਵਾਨ ਉਹ ਦੱਸਣ ਆਉਂਦੇ ਸਨ, ਬੇਨਤੀ ਕਰਨ ਆਉਂਦੇ। ਉਹ ਬੜੀ ਛੇਤੀ ਨਾਲ ਆਏ ਹਨ। ਗੁਰ ਸਮੇਤ ਜਹ ਬੈਠੇ ਸਦਾ। ਜਿੱਥੇ ਸਤਿਗੁਰੂ ਕਲਗੀਧਰ ਮਹਾਰਾਜ, ਮਾਮਾ ਕਿਰਪਾਲ ਚੰਦ, ਭਾਈ ਸੰਗੋ ਸ਼ਾਹ, ਅਜੀਤ ਮਲ, ਮਾਰੀ ਚੰਦ, ਦਇਆਰਾਮ ਆਦਿਕ ਬੈਠੇ ਹਨ। ਜਾਏ ਕਿਰਪਾਲ ਸਾਥ ਤਬ ਕਹਿਆ। ਉੱਥੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਪੰਡਤ ਜੀ ਨੇ, ਜੋ ਉਹਨਾਂ ਦਾ ਪੰਡਤ ਸੀ, ਭਾਵ ਬਾਬਾ ਹਰਜਸ ਦੀ ਸੁਭਿੱਖੀਆ ਦਾ ਪ੍ਰੋਤ ਸੀ, ਉਸ ਨੇ ਬੇਨਤੀ ਕੀਤੀ ਹੈ। ਲਾਵਾਂ ਦੇਨ ਸਮੈ ਅਬ ਲੱਗਿਆ। ਕਹਿਣ ਲੱਗਾ ਜੀ ਲਾਵਾਂ ਦਾ ਸਮਾਂ ਹੋ ਗਿਆ ਹੈ। ਇਸ ਵੇਲੇ ਵਿਆਹ ਦਾ ਆਨੰਦ ਕਾਰਜ ਦਾ ਸਮਾਂ ਬੜਾ ਯੋਗ ਹੈ। ਤਿਆਰੀ ਕਰ ਬੈਠੇ ਹਮ ਭਵਨੂ। ਅਸੀਂ ਆਪਣੇ ਘਰ ਵਿਆਹ ਦੀ ਤਿਆਰੀ ਕਰਕੇ ਬੈਠੇ ਹਾਂ। ਆਪ ਜੀ ਬਰਾਤੀਆਂ ਸਮੇਤ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਲੈ ਕੇ ਮੰਡਪ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਕਰੇ ਪ੍ਰਤੀਖਣ ਤੁਮ ਆਗਵਨੂ। ਅਸੀਂ ਉਡੀਕ ਰਹੇ ਹਾਂ ਜਦੋਂ ਮਹਾਰਾਜ ਕਲਗੀਧਰ ਜੀ ਆਉਣਗੇ ਤਾਂ ਮਾਤਾ ਜੀਤੋ ਜੀ ਨਾਲ ਉਹਨਾਂ ਦੀਆਂ ਲਾਵਾਂ ਹੋਣਗੀਆਂ। ਜਬ ਜਨਵਾਸ ਵਿਖੈ ਸੁਧ ਪਾਈ। ਜਦੋਂ ਜਨਵਾਸੇ ਵਿੱਚ ਜੰਝ ਘਰ ਵਿੱਚ ਸਾਰਿਆਂ ਨੂੰ ਇਹ ਖਬਰ ਮਿਲੀ ਬਈ ਬਰਾਤ ਨੂੰ ਬੁਲਾਇਆ ਹੈ, ਵਿਆਹ ਦਾ ਸਮਾਂ ਹੈ, ਚਲੀਏ ਹੁਣ ਆਨੰਦ ਕਾਰਜ ਕਰੀਏ। ਹੰਨੇ ਡੰਕ ਸਭ ਬਾਜ ਬਜਾਏ। ਉਸ ਵੇਲੇ ਸਾਰੇ ਬਾਜੇ ਵੱਜ ਉੱਠੇ। ਫਿਰ ਸ਼ਹਿਨਾਈਆਂ ਵੱਜੀਆਂ ਨੇ, ਫਿਰ ਢੋਲ ਵੱਜੇ ਨੇ, ਫਿਰ ਨਗਾਰੇ ਵੱਜੇ ਨੇ, ਫਿਰ ਤੁਰੀਆਂ ਵੱਜੀਆਂ ਨੇ, ਫਿਰ ਬਾਜਿਆਂ ਗਾਜਿਆਂ ਨਾਲ ਬਰਾਤ ਉੱਠੀ ਹੈ ਤੇ ਮੰਡਪ ਵੱਲ ਚੱਲ ਪਈ ਹੈ। ਲਗ ਦੁੰਦਭ ਵੱਡ ਧੌਂਸ ਤੁੰਘਾਰੀ। ਛੋਟੇ ਵੱਡੇ ਨਗਾਰੇ ਵੱਜੇ ਨੇ, ਧੌਂਸੇ ਤੁੰਘਾਰੇ ਨੇ। ਤੁਤਰੀ ਮੁਰਲ ਨਫੀਰ ਸੰਭਾਰੀ। ਤੁਰਲੀਆਂ ਵੱਜੀਆਂ ਨੇ, ਮੁਰਲੀਆਂ ਵੱਜੀਆਂ ਨੇ, ਨਫੀਰੀਆਂ ਵੱਜੀਆਂ ਨੇ, ਸ਼ਹਿਨਾਈਆਂ ਵੱਜੀਆਂ ਨੇ। ਪੁਨ ਪਟਹਿ ਪਣਵ ਵੱਡ ਢੋਲ ਵਜਾਏ। ਇਹ ਉਸ ਵੇਲੇ ਦੇ ਵਾਜੇ ਸੀ ਸਾਧ ਸੰਗਤ ਜੀ। ਅੱਜ ਕੱਲ੍ਹ ਤਾਂ ਬੈਂਡ ਵਾਜਾ ਹੀ ਗੱਲਾਂ ਤੇ ਕੰਨ ਪਾੜ ਦਿੰਦਾ ਲੋਕਾਂ ਦੇ। ਇਹ ਅੰਗਰੇਜ਼ਾਂ ਦੇ ਆਉਣ ਤੋਂ ਵੱਜਿਆ। ਪਹਿਲਾਂ ਅੰਗਰੇਜ਼ਾਂ ਤੋਂ ਜਿਹੜੇ ਵਾਜੇ ਸੀ ਨਾ ਬੜੇ ਸੁਰੀਲੇ ਸੀਗੇ, ਉਹ ਸਾਡੇ ਦੇਸ਼ ਵਿੱਚ ਬਹੁਤ ਜਗ੍ਹਾ ਤੋਂ ਵੱਜਦੇ ਆ ਰਹੇ ਸੀ। ਉਹਨਾਂ ਵਿੱਚ ਪਟੇ ਸੀ, ਪਣਵ ਸੀ, ਢੋਲ ਸੀ। ਹਾਂਜੀ, ਸੁਨਵਤ ਉੱਠੇ ਤਤ ਛਿਨ ਸਮੁਦਾਇ। ਇਹ ਸੁਣ ਕੇ ਸਾਰਿਆਂ ਦਾ ਮਨ ਮੋਹਿਆ ਗਿਆ ਹੈ। ਸਾਰੇ ਤਿਆਰ ਹੋਏ ਨੇ ਵੀ ਚਲੋ ਹੁਣ ਵਿਆਹ ਦਾ ਸਮਾਂ ਹੈ, ਸ਼ਹਿਨਾਈ ਵੱਜੀ ਹੈ। ਗੁਰ ਨੰਦਨ ਸੁੰਦਰ ਸੁਖ ਕੰਦ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ, ਗੁਰੂ ਅਰਜਨ ਦੇਵ ਜੀ ਦੇ ਪੜ ਪੋਤਰੇ, ਗੁਰੂ ਰਾਮਦਾਸ ਸਾਹਿਬ ਜੀ ਦੇ ਨਾਤੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੈ ਹੋਵੇ। ਐਸੀ ਆਵਾਜ਼ ਆਈ ਹੈ, ਗੁਰੂ ਦੇ ਨਾਮ ਤੇ ਜੈਕਾਰੇ ਬੋਲੇ ਨੇ ਤੇ ਗੁਰੂ ਸਾਹਿਬ ਜੀ ਮਹਾਰਾਜ ਬੜੇ ਸਜ ਧਜ ਕੇ ਨਵੇਂ ਵਸਤਰ ਪਹਿਨ ਕੇ ਦੁਲੋਹ ਦੀ ਪਤ ਸਰਦ ਜਨ ਚੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਏਦਾਂ ਸੋਭਾ ਪਾ ਰਹੇ ਨੇ ਜਿਵੇਂ ਪੂਰਨਮਾਸ਼ੀ, ਕੱਤਕ ਦੀ ਪੂਰਨਮਾਸ਼ੀ ਦਾ ਚੰਨ ਸੋਭਾ ਪਾਉਂਦਾ ਹੈ। ਕਾਰਤਕ ਮਾਸ ਰੁੱਤ ਸ਼ਰਦ ਪੂਰਨਮਾਸ਼ੀ, ਆਠ ਜਾਮ ਸਾਠ ਕਰੀ ਆਜ ਤੇਰੀ ਬਾਰੀ ਹੈ। ਜਿਵੇਂ ਕੱਤਕ ਦੇ ਮਹੀਨੇ ਪੂਰਨਮਾਸ਼ੀ ਦਾ ਚੰਨ ਚਮਕਦਾ ਹੈ ਨਾ, ਏਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਖੜਾ ਚਮਕਦਾ। ਇੱਕ ਜਗ੍ਹਾ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਹੀਨ ਜੇ ਕਲੰਕ ਤੋਂ ਸਮਾਨ ਹੋਤ ਚੰਦ ਹੀ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਕਿੰਨੇ ਸੋਹਣੇ ਹੋ, ਕਿੰਨੇ ਸੋਹਣੇ ਹੋ, ਕਿੰਨੇ ਸੋਹਣੇ ਹੋ। ਕਹਿੰਦੇ ਮੈਂ ਕਿਹਦੇ ਵਰਗਾ ਕਹਾਂ, ਚੰਨ ਵਰਗਾ ਕਹਾਂ। ਕਹਿੰਦੇ ਚੰਨ ਵਰਗਾ ਵੀ ਨਹੀਂ ਕਹਿ ਸਕਦਾ। ਕਿਉਂ? ਕਿਉਂਕਿ ਚੰਨ ਦੇ ਉੱਤੇ ਧੱਬੇ ਲੱਗੇ ਹੋਏ ਨੇ, ਕਲੰਕ ਲੱਗੇ ਹੋਏ ਨੇ, ਦਾਗ ਲੱਗੇ ਹੋਏ ਨੇ, ਡੱਬ ਖੜੱਬਾ ਜਿਹਾ ਹੈ। ਪਰ ਤੁਹਾਡੇ ਚਿਹਰੇ ਤੇ ਤਾਂ ਕੋਈ ਦਾਗ ਨਹੀਂ, ਤੁਹਾਡੇ ਚਿਹਰੇ ਤੇ ਤਾਂ ਕੋਈ ਕਲੰਕ ਨਹੀਂ। ਤੁਸੀਂ ਤਾਂ ਨਿਕਲੰਕ ਹੋ। ਇਹ ਸੱਚੇ ਪਾਤਸ਼ਾਹ, ਜੇ ਕਿਤੇ ਚੰਨ ਦੇ ਉੱਤੇ ਕਲੰਕ ਨਾ ਹੁੰਦਾ ਤੇ ਉਹ ਤੁਹਾਡੇ ਸਮਾਨ ਹੋ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਜੇ ਚੰਨ ਦੇ ਮੱਥੇ ਤੇ ਕਲੰਕ ਨਾ ਹੁੰਦਾ ਤਾਂ ਉਹ ਤੁਹਾਡੇ ਵਰਗਾ ਹੋ ਜਾਂਦਾ। ਮੇਰੇ ਪਾਤਸ਼ਾਹ, ਤੁਸੀਂ ਚੰਨ ਨਾਲੋਂ ਕਿਤੇ ਸੋਹਣੇ ਹੋ। ਕਰੋੜਾਂ ਚੰਦਰਮਾ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ। ਹਾਂਜੀ, ਉਠੇ ਕਿਰਪਾਲ ਸੰਗ ਨਿਜ ਦੀਨੇ। ਮਹਾਰਾਜ ਉਠੇ ਕਿਰਪਾਲ ਸੰਗ ਨਿਜ ਲੀਨੇ।
ਮਾਮੇ ਕਿਰਪਾਲ ਚੰਦ ਨੂੰ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਠੇ ਨੇ। ਪੰਚਹੂ ਭਰਾਤ ਅਧਿਕ ਪਰਵੀਨੇ। ਤੇ ਗੁਰੂ ਗੋਬਿੰਦ ਸਿੰਘ ਦੇ 5 ਭਰਾ ਸਨ। ਤੁਸੀਂ ਕਹੋਗੇ 5 ਭਰਾ ਕਿਹੜੇ ਸਨ? ਭੂਆ ਦੇ ਪੁੱਤਰ ਸਨ। ਕਲਗੀਧਰ ਪਾਤਸ਼ਾਹ ਦੀ ਭੂਆ ਬੀਬੀ ਬੀਰੋ, ਗੁਰੂ ਹਰਗੋਬਿੰਦ ਸਾਹਿਬ ਦੀ ਇਕਲੌਤੀ ਬੇਟੀ 6ਵੇਂ ਪਾਤਸ਼ਾਹ ਦੀ ਧੀ ਸੀ ਬੀਬੀ ਬੀਰੋ। ਗੁਰੂ ਤੇਗ ਬਹਾਦਰ ਸਾਹਿਬ ਦੀ ਵੱਡੀ ਭੈਣ ਸੀ ਬੀਬੀ ਬੀਰੋ। ਉਹਦੇ 5 ਪੁੱਤਰ ਸਨ, ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ। ਇਹ 5 ਭਰਾ ਸੋਹਣੇ ਸੋਹਣੇ ਵਸਤਰ ਸ਼ਸਤਰ ਪਹਿਨ ਕੇ ਨਾਲ ਆਏ ਨੇ। ਇਹ ਗੁਰੂ ਕਲਗੀਧਰ ਜੀ ਦੀ ਬਰਾਤ ਵਿੱਚ ਸਭ ਤੋਂ ਮੂਹਰੇ ਨੇ। ਗੁਰੂ ਕਲਗੀਧਰ ਦੇ ਸੱਜੇ ਖੱਬੇ ਖੜੇ ਨੇ। 5 ਭਰਾ ਉੱਠੇ ਨੇ। ਬਾਜਤ ਬਾਜਤ ਚਲੇ ਅਗਾਰੀ। ਅੱਗੇ ਅੱਗੇ ਬਾਜੇ ਗਾਜੇ ਵੱਜਦੇ ਬਰਾਤ ਚੱਲ ਪਈ ਹੈ। ਕੀਰਤ ਬਾਟ ਨਕੀਬ ਉਚਾਰੀ। ਤੇ ਭੱਟ ਜਿਹੜੇ ਨੇ ਜਿਨ੍ਹਾਂ ਦੇ ਸਵਈਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੁੰਦੇ, ਭੱਟਾਂ ਦੇ ਸਵਈਏ। ਇਹ ਭੱਟ ਪੁਰਾਣੇ ਜ਼ਮਾਨੇ 'ਚ ਰਾਜਿਆਂ ਮਹਾਰਾਜਿਆਂ ਦੀ ਸਿਫਤ ਗਾਇਆ ਕਰਦੇ ਸੀ। ਉਹਨਾਂ ਦੇ ਦਰਬਾਰਾਂ ਵਿੱਚ ਉਹਨਾਂ ਦੇ ਜਸ ਗਾਉਂਦੇ, ਸੋਹਿਲੇ ਗਾਉਂਦੇ ਸਨ, ਸਵਈਏ ਪੜ੍ਹਦੇ ਸਨ, ਕਵਿੱਤ ਪੜ੍ਹਦੇ ਸਨ। ਇਹ ਬੜੀ ਪੁਰਾਣੀ ਇਹ ਭਾਰਤ ਦੀ ਪਰੰਪਰਾ ਸੀ। ਉਹਨਾਂ ਵਿੱਚੋਂ ਉਹ ਭੱਟ ਧੰਨ ਹੋ ਗਏ ਬਾਬਾ ਭਿੱਖਾ ਜੀ। ਬਾਬੇ ਭਿੱਖੇ ਦੇ ਪੁੱਤਰ ਪੋਤਰੇ ਪੜਪੋਤਰੇ, ਇਹਨਾਂ ਦੇ ਮਨ ਵਿੱਚ ਸ਼ਰਧਾ ਜਾਗੀ, ਮਨ ਵਿੱਚ ਲਾਲਸਾ ਪੈਦਾ ਹੋਈ ਕਿ ਮੁਕਤੀ ਕਿਵੇਂ ਮਿਲੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੀਵਨ ਕਿਵੇਂ ਸਫਲ ਹੋਵੇਗਾ? ਇਹ ਸੰਸਾਰ ਦੇ ਜਨਮ ਮਰਨ ਤੋਂ ਅਸੀਂ ਕਿਵੇਂ ਬਚਾਂਗੇ? ਇਹ ਲੱਭਣ ਤੁਰ ਪਏ ਭਾਰਤ ਦੇ ਵਿੱਚ ਕੋਈ ਐਸਾ ਗੁਰੂ ਮਿਲੇ ਜਿਹੜਾ ਪ੍ਰਮਾਤਮਾ ਤੱਕ ਪਹੁੰਚਾ ਦੇਵੇ। ਬਾਬਾ ਭਿੱਖਾ ਜੀ ਲਿਖਦੇ ਨੇ, ਬਰਸ ਏਕ ਹੋਂ ਫਿਰਿਓ। 1 ਸਾਲ ਹਿੰਦੁਸਤਾਨ ਦੇ ਕੋਨੇ ਕੋਨੇ ਤੇ ਮੈਂ ਫਿਰਿਆ ਆਪਣੇ ਪਰਿਵਾਰ ਨੂੰ ਭੱਟਾਂ ਨੂੰ ਲੈ ਕੇ। ਬਰਸ ਏਕ ਹੋਂ ਫਿਰਿਓ ਕਿਨੈ ਨੌ ਪਰਚੋ ਲਾਇਓ। ਪਰ ਕਿਸੇ ਨੇ ਰੱਬ ਨਾਲ ਪਰਚਾ ਨਹੀਂ ਪਾਇਆ, ਕਿਸੇ ਨੇ ਪ੍ਰਮਾਤਮਾ ਨਾਲ ਨਹੀਂ ਜੋੜਿਆ। बरस एक हों फिरियो किनै नौ परचो लायो, कहते है कहती सुनी रहत को खुशी न आयो। गल्लां ते बड़ियां करदे रब दियां पर अंदर खाली प्रेम बिन ढह ढेरी तन शार अंदरों खोके। ते इस करके लभदे 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 गुरु घर आ गए। जदों गुरु महाराज गुरु अमरदास के दर्शन किए, गुरु घर की महिमा वेखी, गुरु दे ही बन गए। कहते गुरु दईए मिलायो भिखिया, जिव तू रखे है तिव रहो। परमात्मा ने गुरु नानक गुरु अमरदास मिला दिता, गुरु अर्जन देव के दर्शन करा दिते, गुरु घर च आ गए। सारा मन की जिन्नी भटकना सी खत्म हो गई, मन शांत हो गया। पक्के गुरु घर के मुरीद बन गए। वो भट्ट फिर गुरु का जस गाते हैं। अज भी सवेरे जदों हरमंदर साहब गुरु महाराज का सवारा आता, श्री गुरु ग्रंथ साहब जी का प्रकाश होना होता, पहला उन्होंने भट्टां दे सवैये पढ़े जाते, फिर गुरु साहब का प्रकाश होता। ये मर्यादा है। गुरु गोबिंद सिंह समय कोई भट्टां दे बच्चे सन, पुत्र पोतरे, वो अगे अगे जाते ने। कीरत भाट नकीब उचारी, वो गुरु की कीर्ति गाते ने। किद्दां गाते सी? वो कहते सी धन श्री गुरु गोबिंद सिंह जी महाराज, उच्ची आवाज में, गुरु तेग बहादुर जी के नंदन, नंदन मैंने पुत्र, गुरु हरगोबिंद जी के पोत्र, गुरु अर्जन देव जी के पर पोत्र, श्री गुरु रामदास जी के नाती गुरु गोबिंद सिंह जी महाराज की जय हो। अगे अगे गाते जाते। हाँ जी। आत पत्र दुल्हो सिर फिर ही, ते गुरु गोबिंद सिंह महाराज दे सीस ते छतर झूल रहा है। छतरधारी छतरी पत छैल रूप छिदनाथ छोणी कर छाया पार छतरी पत गाई है। धन गुरु गोबिंद सिंह महाराज जिन्हां दे सीस ते छतर झूलदे है, वो छिदनाथ छतरी पत छतरधारी सतगुरु जा रहे ने विआहण वास्ते।
ਸੀਸ ਤੇ ਛਤਰ ਝੂਲਦਾ ਹੈ। ਚਮਰ ਚਾਰ ਬਹੁ ਮਾਰਹਿ ਟੁਰਹੀ। ਤੇ ਬੜੇ ਸੋਹਣੇ ਚੌਰ ਗੁਰਦਾਰਾਂ ਨੇ ਫੜੇ ਹੋਏ ਨੇ, ਦੋਵੇਂ ਪਾਸਿਓਂ ਚੌਰ ਝੁਲਾਉਂਦੇ ਨੇ। ਮਹਿਦ ਕੁਲਾਹਨ ਸਭ ਮੈਂ ਹੋਆ। ਬੜੀ ਖੁਸ਼ੀ ਹੈ, ਬਹੁਤ ਜ਼ਿਆਦਾ ਕੁਲਾਹਲ ਹੈ, ਬੜੀ ਜ਼ਿਆਦਾ ਹੀ ਆਨੰਦਤਾ ਪ੍ਰਸੰਨਤਾ ਹੋ ਰਹੀ ਹੈ। ਜਹ ਕਹਿ ਮਾਨੁਖ ਬ੍ਰਿੰਦ ਖਰੋਆ। ਜਿੱਥੇ ਕਿੱਥੇ ਬਹੁਤ ਸਾਰੇ ਲੋਕ ਵੇਖ ਰਹੇ ਨੇ ਬਰਾਤ ਨੂੰ। ਪਹਾੜਾਂ ਦਾ ਇਲਾਕਾ ਹੈ, ਜਿਨ੍ਹਾਂ ਨੇ ਗੁਰੂ ਕੇ ਲਾਹੌਰ ਦੇ ਦਰਸ਼ਨ ਤੁਹਾਡੇ ਜੋ ਕੀਤੇ ਉਹਨਾਂ ਨੂੰ ਪਤਾ ਉੱਥੋਂ ਦੀ ਲੋਕੇਸ਼ਨ। ਜੇ ਨਹੀਂ ਦਰਸ਼ਨ ਕੀਤੇ ਤੇ ਮਹਾਰਾਜ ਅੱਗੇ ਅਰਦਾਸ ਕਰੋ ਵੀ ਅੱਜ ਵਿਆਹ ਦੀ ਕਥਾ ਸੁਣ ਲਈ ਹੈ ਤੇ ਛੇਤੀ ਚੱਲ ਕੇ ਆਪਾਂ ਗੁਰੂ ਕੇ ਲਾਹੌਰ ਦੇ ਦਰਸ਼ਨ ਕਰਾਂਗੇ। ਪੁਰਾਤਨ ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਸਾਡੇ ਨਾਨਕੇ ਨੇ ਗੁਰੂ ਕੇ ਲਾਹੌਰ, ਖਾਲਸੇ ਦੇ ਨਾਨਕੇ ਗੁਰੂ ਕੇ ਲਾਹੌਰ ਨੇ। ਕਿਉਂ? ਮਹਾਰਾਜ ਦਾ ਉੱਥੇ ਵਿਆਹ ਹੋਇਆ। ਪਿੰਡ ਖਾਲਸੇ ਦਾ ਆਨੰਦਪੁਰ ਸਾਹਿਬ ਹੈ, ਵਾਸੀ ਗੁਰੂ ਆਨੰਦਪੁਰ ਸਾਹਿਬ ਦੇ, ਤੇ ਜਨਮ ਗੁਰੂ ਪਟਨਾ, ਵਾਸੀ ਗੁਰੂ ਆਨੰਦਪੁਰ, ਨਾਨਕੇ ਗੁਰੂ ਕੇ ਲਾਹੌਰ ਹੈ। ਤਾਂ ਗੁਰੂ ਕੇ ਲਾਹੌਰ ਜ਼ਰੂਰ ਜਾਣਾ, ਆਪਣੇ ਨਾਨਕੇ ਸਾਰਿਆਂ ਨੂੰ ਜਾਣਾ ਚਾਹੀਦਾ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਦਾ ਫਰਜ਼ ਬਣਦਾ ਆਪਾਂ ਆਨੰਦਪੁਰ ਸਾਹਿਬ ਜਾਂਦੇ ਹਾਂ, ਉੱਥੋਂ ਮੱਥਾ ਟੇਕ ਕੇ ਵਾਪਸ ਆ ਜਾਂਦੇ। ਘੱਟੋ ਘੱਟ 5-4 ਦਿਨ ਆਨੰਦਪੁਰ ਸਾਹਿਬ ਰੁਕੋ, ਕੀਰਤਪੁਰ ਸਾਹਿਬ ਦਰਸ਼ਨ ਕਰੋ, ਗੁਰੂ ਕੇ ਲਾਹੌਰ ਕਰੋ। ਆਲੇ ਦੁਆਲੇ ਬਹੁਤ ਸਥਾਨ ਨੇ ਇਤਿਹਾਸਿਕ ਪਿੰਡਾਂ ਵਿੱਚ, ਜਿੱਥੇ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਸੀ, ਜਿੱਥੇ ਮਹਾਰਾਜ ਸੰਗਤਾਂ ਨੂੰ ਤਾਰਨ ਜਾਂਦੇ ਸੀ। ਬੇਅੰਤ ਥਾਨ ਹੈ, ਜਾ ਕੇ ਦਰਸ਼ਨ ਕਰੋ, ਮਨ ਠੰਡਾ ਹੁੰਦਾ, ਸ਼ਾਂਤੀ ਮਿਲਦੀ, ਸੁੱਖ ਮਿਲਦਾ, ਆਨੰਦ ਆਉਂਦਾ। ਗੁਰੂ ਕੇ ਲਾਹੌਰ ਦਾ ਆਨੰਦ ਹੀ ਬੜਾ, ਇੰਨੀ ਸ਼ਾਂਤੀ, ਇੰਨਾ ਉੱਥੇ ਪਹਾੜਾਂ ਦਾ ਉੱਚੀ ਉੱਚੀ ਥਾਵਾਂ ਤੇ ਖੜ ਕੇ ਸੰਗਤਾਂ ਬਰਾਤ ਨੂੰ ਵੇਖ ਰਹੀਆਂ ਨੇ। ਸ੍ਰੀ ਕਲਗੀਧਰ ਪਾਤਸ਼ਾਹ ਲਾਵਾਂ ਲੈਣ ਆ ਰਹੇ ਨੇ। ਜਵਲਤ ਮਤਾਬੀ ਛੁਟਤ ਹਵਾਈ। ਉਹਨਾਂ ਦਿਨਾਂ 'ਚ ਰਾਤ ਦੇ ਸਮੇਂ ਵਿਆਹ ਹੁੰਦੇ ਸੀ ਨਾ, ਤੇ ਮਤਾਬੀਆਂ ਬਾਲ ਕੇ ਰੋਸ਼ਨੀ ਕਰਦੇ ਸੀ। ਮਤਾਬੀਆਂ ਜਲ ਰਹੀਆਂ ਨੇ ਤੇ ਆਕਾਸ਼ ਵੱਲ ਹਵਾਈਆਂ ਛੁੱਟ ਰਹੀਆਂ ਨੇ। ਚੜੀ ਗਗਨ ਪੁਨ ਹਟ ਕਰ ਆਈ। ਜਦੋਂ ਹਵਾਈਆਂ ਨੂੰ ਅੱਗ ਲਾਉਂਦੇ ਨੇ, ਆਤਿਸ਼ਬਾਜ਼ੀ ਆਕਾਸ਼ ਨੂੰ ਜਾਂਦੀ ਹੈ, ਉੱਪਰੋਂ ਜਾ ਕੇ ਫਿਰ ਵਾਪਸ ਆਉਂਦੀ ਹੈ। ਮਨਹੂ ਆਕਾਸ਼ ਲੋਕ ਸੁਧਦਾ। ਆਖੋ ਸ੍ਰੀ ਵਾਹਿਗੁਰੂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਡਾਰੀ ਬੜੀ ਉੱਚੀ ਮਾਰਦੇ ਨੇ, ਕਹਿੰਦੇ ਜਹਾਂ ਨਾ ਪਹੁੰਚੇ ਰਵੀ ਵਾਂ ਪਹੁੰਚੇ ਕਵੀ। ਕਵੀ ਨੇ ਗੱਲ ਹੀ ਉਹ ਅਨੋਖੀ ਕਰਨੀ ਹੁੰਦੀ ਹੈ। ਕਹਿੰਦੇ ਇਹ ਜਿਹੜੀਆਂ ਹਵਾਈਆਂ ਉੱਡ ਕੇ ਅਸਮਾਨ ਨੂੰ ਜਾ ਰਹੀਆਂ ਨੇ, ਇਹ ਮਾਨੋ ਦੇਵਤਿਆਂ ਨੂੰ ਖਬਰ ਕਰਨ ਜਾ ਰਹੀਆਂ ਨੇ। ਇਹ ਦੇਵਤਿਆਂ ਨੂੰ ਦੱਸਣ ਜਾ ਰਹੀਆਂ ਨੇ ਵੀ ਆ ਜਾਓ ਆ ਜਾਓ, ਅੱਜ 10ਵੇਂ ਪਾਤਸ਼ਾਹ ਦਾ ਵਿਆਹ ਵੀ ਤੁਸੀਂ ਵੀ ਵੇਖ ਲਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਗੁਰੂ ਗੋਬਿੰਦ ਸਿੰਘ ਦੀਆਂ ਲਾਵਾਂ ਹੋਣੀਆਂ ਨੇ, ਦੇਵਤਿਓ ਤੁਸੀਂ ਵੀ ਆ ਕੇ ਦਰਸ਼ਨ ਕਰ ਲਓ। ਹਾਂਜੀ। ਅਵਨੀਪੁਰ ਪਹੁੰਚੇ ਪੁਨ ਐਕੈ। ਕਹਿੰਦੇ ਉਹ ਧਰਤੀ ਤੇ ਵਾਪਸ ਆ ਜਾਂਦੇ ਖਬਰ ਦੇ ਕੇ। ਇਮ ਹਰ ਖਤ ਉਲੰਘੇ ਸੁਬਜ਼ਾਰ। ਇਸ ਜਗ੍ਹਾ ਤੇ ਭਾਈ ਵੀਰ ਸਿੰਘ ਜੀ ਲਿਖਦੇ ਆ, ਕਹਿੰਦੇ ਕਵਿਤਾ ਦਾ ਕਮਾਲ ਪੇਸ਼ ਕਰ ਰਹੇ ਭਾਈ ਸੰਤੋਖ ਸਿੰਘ। ਕਵੀ ਕੀ ਹੁੰਦਾ? ਅੱਜ ਕੱਲ੍ਹ ਤੇ ਐਵੇਂ 2-4 ਪੰਕਤੀਆਂ ਇੱਧਰ ਉੱਧਰ ਦੀਆਂ ਜੋੜ ਕੇ ਕਵੀ ਬਣ ਜਾਂਦੇ ਆ ਤੇ ਵੱਡਿਆਂ ਬਜ਼ੁਰਗਾਂ ਦੀ ਨਿੰਦਾ ਕਰਨ ਲੱਗ ਜਾਂਦੇ। ਜਿਨ੍ਹਾਂ ਨੇ ਗੰਗਾ ਚਲਾਤੀ ਉਹਨਾਂ ਦੀ ਨਿੰਦਾ ਕਰਦੇ, ਆਪ ਕਿਸੇ ਨੂੰ ਘੁੱਟ ਪਾਣੀ ਨਹੀਂ ਪਿਆ ਸਕਦੇ। ਮਹਾਰਾਜ ਦੀ ਬਾਣੀ ਚਾਹੁੰਦਾ ਨਾ, ਆਪ ਨਾ ਦੇਹ ਚੁਰੂ ਭਰ ਪਾਣੀ ਤੇ ਨਿੰਦਾ ਜੇ ਗੰਗਾ ਆਨੀ। ਆਪ ਤਾਂ ਕਿਸੇ ਨੂੰ ਘੁੱਟ ਪਾਣੀ ਨਹੀਂ ਪਿਆ ਸਕਦੇ ਤੇ ਨਿੰਦਾ ਕਿਹਨਾਂ ਦੀ ਕਰਦੇ? ਜਿਨ੍ਹਾਂ ਨੇ ਗੰਗਾ ਚਲਾਈ ਆ। ਜੇ ਭਾਈ ਸੰਤੋਖ ਸਿੰਘ ਜੀ ਨਾ ਹੁੰਦੇ, 10 ਪਾਤਸ਼ਾਹੀਆਂ ਦਾ ਸਾਡੇ ਕੋਲ ਇਤਿਹਾਸ ਨਹੀਂ ਸੀ। ਜੇ ਕੋਈ ਹੈ, ਕੋਈ ਗੁਰੂ ਕਾ ਸਿੱਖ ਦੱਸ ਦੇਵੇ ਤੇ ਮੈਂ ਹਾਜ਼ਰ ਹਾਂ ਉਹਨੂੰ, ਉਹਦੀ ਗੱਲ ਮੰਨਣ ਨੂੰ। ਦਿਖਾਓ ਮੈਨੂੰ ਸਰੋਤ ਕੋਈ ਵੱਡਾ, ਜੇ ਸਾਰਾ ਇਤਿਹਾਸ 10 ਪਾਤਸ਼ਾਹੀਆਂ ਦਾ ਲਿਖਿਆ ਗਿਆ, ਉਹ ਸਾਡੇ ਕੋਲ ਇਹੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਬਹੁਤ ਵੱਡਾ ਗ੍ਰੰਥ ਹੈ। ਅਸੀਂ ਇੱਕ ਐਪਲੀਕੇਸ਼ਨ ਲਿਖਣੀ ਹੋਵੇ ਨਾ ਤੇ 10 ਬੰਦਿਆਂ ਕੋਲੋਂ ਪੁੱਛਦੇ ਹਾਂ ਕੀ ਲਿਖੀਏ। ਚਿੱਠੀ ਲਿਖਣੀ ਹੋਵੇ ਨਾ, ਉਹ ਨਹੀਂ ਲਿਖੀ ਜਾਂਦੀ ਸਾਡੇ ਕੋਲੋਂ। ਤੇ ਇਹਦਾ 10 ਗੁਰੂਆਂ ਦਾ ਇਤਿਹਾਸ ਇੰਨੇ ਸੋਹਣੇ ਢੰਗ ਨਾਲ ਲਿਖਿਆ। ਪ੍ਰੋਫੈਸਰ ਪੂਰਨ ਸਿੰਘ ਜੀ ਹੋਏ ਨੇ ਸਿੱਖ ਪੰਥ ਦੇ ਬਹੁਤ ਡੂੰਘੇ ਚਿੰਤਕ। ਉਹ ਕਹਿੰਦੇ ਸਿੱਖੋ ਸ਼ੁਕਰ ਕਰੋ ਵੀ ਤੁਹਾਡਾ ਇਤਿਹਾਸ ਇੱਕ ਧਿਆਨੀ ਨੇ ਲਿਖਿਆ, ਜਿਹਦਾ ਧਿਆਨ ਜਾਗਿਆ ਹੋਇਆ ਸੀ।
ਜਿਹਦੀ ਧਿਆਨ ਦੀ ਅਵਸਥਾ ਸੀ, ਭਾਈ ਸੰਤੋਖ ਸਿੰਘ, ਉਹ ਧਿਆਨ ਦੀ ਅਵਸਥਾ 'ਚ ਪਹੁੰਚ ਕੇ ਜੋ ਗੁਰੂ ਕੀਤਾ ਉਹ ਦੇਖਿਆ, ਦੇਖ ਕੇ ਲਿਖਿਆ। ਅਸੀਂ ਉਹ ਮਹਾਂਪੁਰਸ਼ ਦੀ ਨਿੰਦਾ ਕਰਨ ਲੱਗ ਜਾਂਦੇ ਹਾਂ। ਕਹਿੰਦੇ ਇਸ ਤਰ੍ਹਾਂ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਰਾਤ ਲੈ ਕੇ ਚੱਲੇ ਨੇ, ਇਮ ਹਰਖਤ ਉਲੰਘੇ ਸੋ ਬਾਜ਼ਾਰ, ਖੁਸ਼ੀ ਖੁਸ਼ੀ ਬਾਜ਼ਾਰ 'ਚੋਂ ਲੰਘ ਗਏ ਨੇ। ਪਹੁੰਚੇ ਗੁਰ ਘਰ ਸਸੁਰ ਮਝਾਰ। ਮਹਾਰਾਜ ਸੱਚੇ ਪਾਤਸ਼ਾਹ ਸਹੁਰਿਆਂ ਦੇ ਘਰ, ਬਾਬਾ ਹਰਜਸ ਜੀ ਦਾ ਜਿਹੜਾ ਘਰ ਬਣਿਆ ਸੀ ਗੁਰੂ ਕੇ ਲਾਹੌਰ ਦੇ ਵਿੱਚ, ਉੱਥੇ ਪਹੁੰਚ ਗਏ ਨੇ। ਆਨ ਮਿਲੇ ਆਗੇ ਸਭ ਕੋਏ। ਅੱਗੋਂ ਦੀ ਆ ਕੇ ਬਾਬਾ ਹਰਜਸ ਜੀ ਅਤੇ ਲਾਹੌਰ ਦੇ ਸਾਰੇ ਖੱਤਰੀ, ਲਾਹੌਰ ਦੀਆਂ ਸੰਗਤਾਂ ਮਿਲੀਆਂ ਨੇ। ਅੰਤਰ ਪ੍ਰਵਿਸ਼ੇ ਦੇ ਮੁਦ ਹੋਏ। ਉਹ ਗੁਰੂ ਸਾਹਿਬ ਜੀ ਨੂੰ ਬੜੀ ਖੁਸ਼ੀ ਨਾਲ ਸਵਾਗਤ ਕਰਕੇ ਅੰਦਰ ਲੈ ਕੇ ਗਏ ਨੇ। ਜਹ ਸੁੰਦਰ ਬੇਦੀ ਰਚ ਰਾਖੀ। ਜਹ ਸੁੰਦਰ ਬੇਦੀ ਰਚ ਰਾਖੀ, ਜਿੱਥੇ ਬੜੀ ਸੋਹਣੀ ਬੇਦੀ ਵਿਆਹ ਵਾਸਤੇ ਜਿਹੜਾ ਮੰਡਪ ਰਚਿਆ ਹੁੰਦਾ ਉਹ ਤਿਆਰ ਕੀਤਾ ਹੋਇਆ। ਗਨ ਨਰ ਨਾਰ ਬਿਲੋਕਨ ਕਾਖੀ। ਇਸਤਰੀ ਪੁਰਸ਼ ਵੇਖਣ ਦੇ ਇੱਛੁਕ ਨੇ, ਬੜੀ ਸ਼ਾਨਾ ਨਾਲ, ਬੜੀ ਸ਼ਰਧਾ ਨਾਲ ਦਸਵੇਂ ਪਾਤਸ਼ਾਹ ਦਾ ਵਿਆਹ ਵੇਖਣ ਆਏ ਨੇ। ਸਾਦਰ ਸਗਰੇ ਕਰੇ ਬਿਠਾਵਨ। ਸਾਰਿਆਂ ਨੂੰ ਸਤਿਕਾਰ ਦੇ ਨਾਲ ਬਿਠਾਇਆ ਗਿਆ ਹੈ। ਵਿਪਰ ਉਚਾਰਨ ਮੰਤਰਨ ਪਾਵਨ। ਜਿਹੜੀ ਗੁਰੂ ਕੀ ਬਾਣੀ ਪੜ੍ਹੀ ਜਾਂਦੀ ਹੈ, ਜੋ ਮਰਿਆਦਾ ਕੀਤਾ ਲੋੜੀ ਹੈ ਕੰਮ, ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਉਹ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਇਹ ਕਾਰਜ ਆਰੰਭ ਕਰਨ ਲੱਗੇ ਆ, ਕਿਰਪਾ ਕਰੋ। ਪੂਜਤ ਨਵ ਗ੍ਰਹ ਗਣਪਤ ਸਾਥ। ਉਸ ਵੇਲੇ ਸਾਡੇ ਹਿੰਦੂ ਸਮਾਜ ਦੇ ਵਿੱਚ ਗਣੇਸ਼ ਦੀ ਪੂਜਾ ਕਰਦੇ ਸੀਗੇ, ਗਣਾਂ ਨੂੰ ਪੂਜਦੇ ਸੀ। ਗੁਰੂ ਘਰ ਦੇ ਵਿੱਚ ਮੈਂ ਨਾ ਗਣੇਸ਼ਾ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬੂ ਨ ਧਿਆਉ, ਕਾਨ ਸੁਨੇ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਭਗਨ ਸੋ। ਸਾਰਾ ਕੁਝ ਅਕਾਲ ਪੁਰਖ ਨੂੰ ਹੀ ਮੰਨਿਆ ਜਾਂਦਾ। ਗਣਾਂ ਦਾ ਪਤੀ ਵੀ ਪਰਮੇਸ਼ਰ ਹੀ ਹੈ। ਗਣ ਕੀ ਨੇ ਅੱਜ ਕੱਲ੍ਹ ਬਹੁਤੇ ਲੋਕਾਂ ਨੂੰ ਪਤਾ ਨਹੀਂ, ਅਸਲੀ ਗਣਪਤ ਕੀ ਹੈ। ਉਹਦਾ ਮੂਰਤੀ ਬਣਾ ਕੇ ਆਪਾਂ ਪੂਜ ਲੈਂਦੇ ਆ ਤੇ ਕੁਝ ਦਿਨਾਂ ਬਾਅਦ ਜਾ ਕੇ ਜਲ ਭੇਟਾ ਕਰ ਆਉਂਦੇ ਆ, ਪਰ ਅਸਲੀ ਜਿਹੜੇ ਗਣਾਂ ਦੀ ਗੱਲ ਹੈ ਉਹ ਵਿਦਵਾਨ ਲੋਕਾਂ ਨੂੰ ਪਤਾ ਹੈ। 8 ਗਣ ਹੁੰਦੇ ਨੇ, 4 ਸ਼ੁਭ 4 ਅਸ਼ੁਭ, ਮਗਨ ਭਗਣ ਕਹੀਏ ਜਗਣ ਸਗਣ ਲਗਣ ਤਗਣੇ, ਰਗਣ ਤਗਣ ਪਿੰਗਲ ਭਣੈ, ਗਣ 8 ਲੱਖ ਲੈ। ਇਹ ਕਵਿਤਾ ਦੇ ਗਣ ਹੁੰਦੇ ਨੇ, 3-3 ਅੱਖਰਾਂ ਦਾ ਇੱਕ ਗਣ ਹੁੰਦਾ, ਜਿਹੜਾ ਉਹਨਾਂ ਦਾ ਅਧਿਸ਼ਟਾਨ ਸੁਆਮੀ ਅਕਾਲ ਪੁਰਖ ਹੈ, ਉਹ ਗਣਪਤੀ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸਲੀ ਗਣਪਤੀ ਪਰਮੇਸ਼ਰ ਹੀ ਹੈ, ਸਾਰੇ ਗਣਾਂ ਦਾ ਸੁਆਮੀ ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ। ਉਸ ਪਰਮੇਸ਼ਰ ਦੀ ਪੂਜਾ ਕਰਕੇ ਉਨ ਬੇਦੀ ਮਹਿਰਾਨ ਹੁਤਾਸਨ। ਫਿਰ ਬੇਦੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਹੈ। ਗਾਰਤ ਸਰਪੀ ਕੀਨ ਪ੍ਰਕਾਸ਼ਨ। ਔਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀ ਮਰਿਆਦਾ ਸ਼ੁਰੂ ਕੀਤੀ ਹੈ। ਸਭ ਦੁਲਹਨ ਲੈ ਨਿਕਟ ਬਿਠਾਈ। ਧੰਨ ਮਾਤਾ ਜੀਤੋ ਜੀ, ਆਹਾ ਬੜਾ ਸੋਹਣਾ ਲਿਖਿਆ ਹੈ। ਕਹਿੰਦੇ ਜਿਮ ਜੀਤ ਕੌਰ ਤਨ ਰੂਰਾ, ਤੇ ਮਦੂਲੋ ਬਨ ਗੁਰਪੂਰਾ। ਜਿਵੇਂ ਮਾਤਾ ਜੀ ਸੁੰਦਰ ਸਨ, ਉਵੇਂ ਕਲਗੀਧਰ ਪਾਤਸ਼ਾਹ ਵੀ ਬੜੇ ਸੁੰਦਰ ਸਨ। ਦੋਹਾਂ ਦੀ ਜੋੜੀ ਬੜੀ ਸੋਹਣੀ ਫੱਬੀ ਹੈ। ਮਾਤਾ ਜੀਤੋ ਜੀ ਨੂੰ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਖੱਬੇ ਪਾਸੇ ਬਿਠਾਇਆ ਗਿਆ ਹੈ। ਜਥਾ ਜੋਗ ਸਭ ਵਿਦ ਕੇ ਰਵਾਈ। ਜਥਾ ਜੋਗ ਵਿਦ ਜੋ ਮਰਜ਼ਾਦਾ ਹੈ ਆਨੰਦ ਕਾਰਜ ਦੀ, ਵਿਆਹ ਦੀ, ਗੁਰੂ ਰਾਮਦਾਸ ਜੀ ਮਹਾਰਾਜ ਨੇ 4 ਲਾਵਾਂ ਉਚਾਰਨ ਕੀਤੀਆਂ। 4 ਲਾਵਾਂ ਵਿੱਚ ਆਤਮਾ ਤੇ ਪ੍ਰਮਾਤਮਾ ਦਾ ਵਿਆਹ ਬਣਾਇਆ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲ ਰਾਮ ਜੀਓ ਧਰਮ ਦ੍ਰਿੜੋ, ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਨਾਮ ਪਹਿਲੀ ਆਰੰਭ ਕਾਜ ਰਚਾਇਆ। ਇਸ ਤਰ੍ਹਾਂ ਸਤਿਗੁਰਾਂ ਦਾ ਵਿਆਹ ਹੋ ਰਿਹਾ ਹੈ। ਬਰ ਬਰ ਸੰਗ ਫੇਰ ਤਿਨ ਫੇਰੇ। ਔਰ ਸ੍ਰੇਸ਼ਟ ਬਰ ਬਰ, ਇਹ ਕਵੀ ਜੀ ਦੀ ਕਮਾਲ ਹੈ। ਬਰ ਮੈਨੇ ਸ੍ਰੇਸ਼ਟ ਤੇ ਬਰ ਮੈਨੇ ਲਾੜਾ। ਸ੍ਰੇਸ਼ਟ ਲਾੜੇ ਦੇ ਨਾਲ, ਸ੍ਰੇਸ਼ਟ ਲਾੜਾ ਕੌਣ ਹੈ? ਗੁਰੂ ਕਲਗੀਆਂ ਵਾਲਾ। ਉਸ ਤੋਂ ਬਾਅਦ ਕਿ ਸ੍ਰੇਸ਼ਟ ਕੋਈ ਹੈ ਹੀ ਨਹੀਂ। ਉਹਨਾਂ ਦੇ ਨਾਲ ਮਾਤਾ ਜੀਤੋ ਜੀ ਦੇ ਫੇਰੇ ਫੇਰੇ ਗਏ ਹਨ। ਪਾਨ ਗ੍ਰਹਿਣ ਕੀ ਨੋ ਤਿਸ ਬੇਰੇ। ਇੱਕ ਦੂਜੀ ਨੂੰ ਪੱਲਾ ਫੜਾਉਣ ਦੀ ਜੇ ਮਰਿਆਦਾ ਹੈ,
ਹੱਬੇ ਸਾਗ ਫੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਪੱਲਾ ਫੜਾਇਆ ਬਾਬਾ ਹਰਜਸ ਜੀ ਨੇ। ਮਿਲ ਸਰਬਦੂ ਕਰਹਿ ਛਲ ਬੇਸਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਮੰਗਲਮਈ ਸਮਾਂ ਕਵੀ ਜੀ ਕਹਿੰਦੇ ਆ, ਦੇਵਤਿਆਂ ਦੀਆਂ ਵਹੁਟੀਆਂ ਭੇਸ ਬਦਲ ਕੇ ਆ ਗਈਆਂ ਨੇ। ਦੇਵਤਿਆਂ ਦੀਆਂ ਵਹੁਟੀਆਂ ਕਰਹਿ ਛਲ ਬੇਸਾ, ਇਸਤਰੀਆਂ ਵਾਲਾ ਜਾਮਾ ਧਾਰ ਕੇ ਸਾਡੇ ਵਰਗਾ ਬਣ ਕੇ ਦੇਵਤੇ ਆ ਗਏ ਨੇ, ਦੇਵੀਆਂ ਆ ਗਈਆਂ ਨੇ। ਆਨ ਪ੍ਰਵੇਸ਼ੀ ਰੂਪ ਵਿਸ਼ੇਸ਼ਾ, ਬੜੇ ਸੋਹਣੇ ਰੂਪ ਵਾਲੀਆਂ, ਸੁੰਦਰ ਰੂਪ ਵਾਲੀਆਂ ਅਪਸਰਾਵਾਂ ਆਹ ਸਵਰਗ ਤੋਂ ਆਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਪ੍ਰਿਆ ਕੀ ਸੋਭ ਸੁਹਾਵਨੀ ਨੀਕੀ। ਮੇਰੇ ਪਿਆਰੇ ਪਾਤਸ਼ਾਹ ਦੀ ਸੋਭਾ ਬੜੀ ਸੋਹਣੀ ਸੋਭਾ। ਪ੍ਰਿਆ ਕੀ ਸੋਭ ਸੁਹਾਵਨੀ ਨੀਕੀ, ਮੇਰੇ ਕਲਗੀਆਂ ਵਾਲੇ ਦੀ ਸੋਭਾ ਬੜੀ ਸੁਹਾਵਣੀ ਹੈ। ਹਾ ਹਾ ਹੂ ਗੰਧਰਵ ਅਪਸਰਾ, ਅਨੰਦ ਮੰਗਲ ਧੁੰਡ ਕਾਵਣੀ ਨੀਕੀ। ਪ੍ਰਿਆ ਕੀ ਸੋਭ ਸੁਹਾਵਣੀ ਨੀਕੀ, ਮੇਰੇ ਲਾਲਨ ਕੀ ਸੋਭਾ, ਸਦ ਨਵ ਤਨ ਮਨ ਰੰਗੀ ਸੋਭਾ। ਕਹਿੰਦੇ ਦੇਵਤਿਆਂ ਦੀਆਂ ਵਹੁਟੀਆਂ ਭੇਸ ਬਦਲ ਕੇ ਆਈਆਂ ਨੇ, ਇਸਤਰੀਆਂ ਬਣ ਕੇ, ਗੁਰਸਿੱਖ ਬੀਬੀਆਂ ਬਣ ਕੇ ਭੇਸ ਬਦਲ ਕੇ ਆ ਕੇ ਸੰਗਤ ਵਿੱਚ ਬੈਠੀਆਂ ਤੇ ਕਲਗੀਧਰ ਦੇ ਦਰਸ਼ਨ ਕਰ ਰਹੀਆਂ ਨੇ। ਮਿਲ ਨਾਰਨ ਮਹਿ ਗੀਤਨ ਗਾਵਹਿ। ਉਹ ਦੇਵਤਿਆਂ ਦੀਆਂ ਵਹੁਟੀਆਂ ਬੀਬੀਆਂ, ਗੁਰਸਿੱਖ ਬੀਬੀਆਂ ਵਿੱਚ ਬੈਠ ਕੇ ਗੁਰੂ ਦੇ ਮੰਗਲਮਈ ਗੀਤ ਗਾਉਂਦੀਆਂ ਨੇ। ਉਹ ਸਮਝਦੀਆਂ ਨੇ ਅੱਜ ਸਾਡਾ ਜਨਮ ਸਫਲ ਹੋ ਗਿਆ, ਕਲਗੀਧਰ ਪਾਤਸ਼ਾਹ ਦਾ ਵਿਆਹ ਵੇਖ ਲਿਆ ਹੈ। ਗੁਰ ਹਿਤ ਮੰਗਲ ਅਧਿਕ ਬੰਦਾਵਹਿ। ਗੁਰੂ ਵਾਸਤੇ ਖੁਸ਼ੀ ਦੇ ਮੰਗਲਮਈ ਗੀਤ ਗਾਉਂਦੀਆਂ ਨੇ, ਖੁਸ਼ੀ ਵਧਾਉਂਦੀਆਂ ਨੇ ਮਨ ਵਿੱਚ। ਕਰਤ ਆਪਣਾ ਪਾ ਸਫਲ ਬਿਲਾ ਇਸ਼ਾਲਾ, ਆਪਣਾ ਸਰੀਰ ਸਫਲਾ ਕਰ ਰਹੇ ਨੇ ਇਹ ਦੇਵਤੇ ਨੇ ਜਿਹੜੇ ਸਾਧ ਸੰਗਤ ਜੀ। 33 ਕਰੋੜ ਦੇਵੀ ਦੇਵਤੇ, ਇਹ ਤਾਂ ਮਹਾਰਾਜ ਦੇ ਚਰਨਾਂ ਦੀ ਧੂੜ ਮੰਗਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੋਜ਼ ਪੜ੍ਹਦੇ ਆ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਇਹ ਗੁਰੂ ਨੂੰ ਗਾਉਂਦੇ ਨੇ, ਗੁਰੂ ਨੂੰ ਜਪਦੇ ਨੇ, ਗੁਰੂ ਨੂੰ ਧਿਆਨਦੇ ਨੇ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੋਂ ਵੱਡੇ ਸਤਿਗੁਰੂ ਨੇ। ਇਸ ਕਰਕੇ ਸਾਰੇ ਦੇਵੀ ਦੇਵਤੇ ਉਹਨਾਂ ਦੇ ਦਰਸ਼ਨ ਕਰਕੇ ਆਪਣਾ ਸਰੀਰ ਸਫਲਾ ਕਰਦੇ ਨੇ। ਨਹੀਂ ਪਛਾਣ ਪਰੇ ਕਿਸ ਬਾਲਾ। ਦੇਵਤਿਆਂ ਦੀਆਂ ਵਹੁਟੀਆਂ ਬੀਬੀਆਂ 'ਚ ਬੈਠੀਆਂ ਨੇ ਤੇ ਗੀਤ ਗਾ ਰਹੀਆਂ ਨੇ। ਬੀਬੀਆਂ ਨੂੰ ਨਹੀਂ ਪਤਾ ਵੀ ਸਾਡੇ ਕੋਲ ਕੌਣ ਬੈਠਾ ਹੈ। ਆਖੋ ਸ੍ਰੀ, ਉਹਨਾਂ ਨੂੰ ਪਛਾਣ ਨਹੀਂ ਹੋ ਰਹੀ। ਉਹ ਇਹ ਸਮਝਦੀਆਂ ਵੀ ਸਾਡੇ ਵਰਗੀਆਂ ਬੀਬੀਆਂ ਬੈਠੀਆਂ ਨੇ, ਪਰ ਉਹ ਬੀਬੀਆਂ ਦੇ ਵਿੱਚ ਦੇਵੀਆਂ ਬੈਠੀਆਂ ਨੇ। ਹਾਂਜੀ, ਬ੍ਰਿੰਦ ਮੇਲ ਕਰ ਵਿਖੈ ਸਕੇਲਾ। ਗੁਰੂ ਘਰ ਦੇ ਵਿੱਚ ਬਾਬੇ ਹਰਜਸ ਦੇ ਘਰ ਗੁਰੂ ਕੇ ਲਾਹੌਰ ਬੜਾ ਭਾਰੀ ਮੇਲਾ ਇਕੱਠਾ ਹੋਇਆ, ਬਹੁਤ ਮੇਲ ਇਕੱਠਾ ਹੋਇਆ। ਬਿਨ ਪਛਾਣ ਮੁੱਲ ਰੇਰ ਨਾ ਝੇਲਾ। ਕਹਿੰਦੇ ਪਛਾਣ ਨਹੀਂ ਹੋ ਰਹੀ, ਕੌਣ ਆਇਆ, ਕਿੰਨੇ ਲੋਕ ਆਏ ਨੇ, ਕਿਹੜਾ ਕਿਹੜਾ ਆਇਆ ਹੈ। ਸੁਰ ਨਰ ਵੇਸ ਧਾਰ ਸਮੁਦਾਏ। ਕਹਿੰਦੇ ਦੇਵਤੇ ਵੀ ਆਏ ਨੇ ਮਨੁੱਖਾਂ ਦਾ ਰੂਪ ਧਾਰ ਕੇ। ਮਿਲੇ ਆਨ ਬਹੁ ਸੇਵਕ ਮਾਏ। 33 ਕਰੋੜ ਦੇਵਤੇ ਆ ਕੇ ਲੰਗਰ 'ਚ ਭਾਂਡੇ ਮਾਂਜ ਰਹੇ ਨੇ, ਸੇਵਾ ਕਰ ਰਹੇ ਨੇ, ਪੱਖਾ ਝੱਲ ਰਹੇ ਨੇ, ਆ ਗੁਰੂ ਕੇ ਸਿੱਖਾਂ ਦੇ ਰੂਪ ਵਿੱਚ ਫਿਰ ਰਹੇ ਨੇ। ਆਖੋ ਸਤਨਾਮ। ਸਾਧ ਸੰਗਤ ਜੀ, ਦੇਵਤੇ ਕੋਈ ਸੱਤਵੇਂ ਅਸਮਾਨ ਤੇ ਨਹੀਂ ਰਹਿੰਦੇ। ਦੇਵਤਾ ਕੀ ਹੁੰਦਾ ਹੈ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ। ਆ ਜਿਹੜੀਆਂ ਅਕਾਲ ਪੁਰਖ ਦੀਆਂ ਸ਼ਕਤੀਆਂ ਨੇ, ਇਹੀ ਦੇਵਤੇ ਨੇ। ਐਨਰਜੀ ਜਿਹੜੀ ਹੈ ਨਾ, ਹਵਾ ਨਾ ਹੋਵੇ ਆਪਾਂ ਜੀ ਨਹੀਂ ਸਕਦੇ, ਪਾਣੀ ਦੇਵਤਾ ਨਾ ਹੋਵੇ ਆਪਾਂ ਜੀ ਨਹੀਂ ਸਕਦੇ, ਅੰਨ ਦੇਵਤਾ ਨਾ ਹੋਵੇ ਆਪਾਂ ਜੀ ਨਹੀਂ ਸਕਦੇ। ਇਹ ਸਾਰੀਆਂ ਸ਼ਕਤੀਆਂ ਨੂੰ ਦੇਵਤੇ ਕਹਿੰਦੇ ਆ। ਇਹ ਸਾਰੇ ਸੇਵਾ ਕਰਨ ਆਏ ਨੇ ਤੇ ਆ ਸਭ ਤੋਂ ਵੱਡੇ ਦੇਵਤੇ ਗੁਰੂ ਕੇ ਸਿੱਖ ਨੇ। ਆਖੋ ਸ੍ਰੀ ਵਾਹਿਗੁਰੂ। ਗੁਰੂ ਕੇ ਸਿੱਖ ਨੇ, ਇਹ ਸਭ ਤੋਂ ਵੱਡੇ ਦੇਵਤੇ ਨੇ, ਇਹ ਸੇਵਾ ਕਰ ਰਹੇ ਨੇ। ਕਵੀ ਜੀ ਕਹਿੰਦੇ ਦੇਵਤੇ ਮਨੁੱਖਾਂ ਦਾ ਰੂਪ ਧਾਰ ਕੇ ਕਲਗੀਧਰ ਪਾਤਸ਼ਾਹ ਦੇ ਵਿਆਹ 'ਚ ਸੇਵਾ ਕਰ ਰਹੇ ਨੇ। ਮਿਲੇ ਆਨ ਬਹੁ ਸੇਵ ਕਮਾਏ। ਨਿਜ ਆਦਿਕ ਕਉ ਦਰਬ ਵਡੇਰਾ। ਜਿੰਨੇ ਵੀ ਲੋਕ ਆਏ ਸਨ, ਗਰੀਬ ਗੁਰਬੇ, ਬਾਹਮਣ, ਸਾਧੂ ਸੰਤ, ਉਹਨਾਂ ਨੂੰ ਖੁੱਲਾ ਦਾਨ ਵੀ ਦਿੱਤਾ ਹੈ।
ਗੁਰੂ ਘਰ 'ਚ ਦਾਨ ਦੇਣ ਦੀ ਮਰਿਆਦਾ ਇਹ ਆ ਵੀ ਅਗਲਾ ਰੱਜ ਕੇ ਹੀ ਜਾਵੇ, ਫਿਰ ਮੁੜ ਕੇ ਭੁੱਖਾ ਨਾ ਰਵੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਅਸੀਂ ਕੀ ਦਾਨ ਦੇਣਾ? ਅਸੀਂ ਤਾਂ ਅੱਬਲ ਦਾ ਦਿੰਦੇ ਨਹੀਂ, ਜੇ ਦਿੰਦੇ ਆ ਤੇ 10 ਬੰਦਿਆਂ ਨੂੰ ਸੁਣਾ ਕੇ ਦਿੰਦੇ ਆ ਮੈਂ ਦਿੱਤਾ। ਕਹਿੰਦੇ ਨੇ ਦਾਨ ਦਈਏ ਰਜਾ ਕੇ, ਅਗਲਾ ਰੱਜ ਜਾਵੇ। ਕਲਗੀਧਰ ਪਾਤਸ਼ਾਹ ਦਾਨ ਦਿੰਦੇ ਸੀ ਕਵੀਆਂ ਨੂੰ, 60-60 ਹਜ਼ਾਰ ਰੁਪਈਆ ਇੱਕ ਕਵੀ ਨੂੰ ਦੇ ਦਿੰਦੇ ਸੀ, ਹਾਥੀ ਦੇ ਦਿੰਦੇ ਸੀ। ਦਾਨ ਦਈਏ ਰਜਾ ਕੇ, ਕਹਿੰਦੇ ਦਾਨ ਦਈਏ ਘਰ ਜਾ ਕੇ। ਦਾਨ ਦੇਣਾ ਉਹਨੂੰ ਆਪਣੇ ਘਰ ਬੁਲਾ ਕੇ ਨਹੀਂ ਦੇਣਾ, ਉਹਦੇ ਘਰ ਜਾ ਕੇ ਦੇਣਾ। ਦਾਨ ਦਈਏ ਘਰ ਜਾ ਕੇ, ਕਹਿੰਦੇ ਦਾਨ ਦਈਏ ਲੁਕਾ ਕੇ, ਪਤਾ ਹੀ ਨਾ ਲੱਗੇ ਇੱਕ ਹੱਥ ਨੇ ਦਾਨ ਕੀਤਾ ਦੂਜੇ ਨੂੰ ਪਤਾ ਮੈਂ ਦਾਨ ਕੀਤਾ। ਉਹਦਾ ਕਲਗੀਧਰ ਪਾਤਸ਼ਾਹ ਦਾਨ ਦੇ ਰਹੇ ਨੇ, ਸਭ ਦਾ ਮਾਲਾ ਮਾਲ ਖਜ਼ਾਨੇ ਹੀ ਭਰ ਦਿੱਤੇ ਨੇ। ਦੀਨ ਦਾਨ ਸਤਿਗੁਰ ਤਿਸ ਬੇਰਾ, ਮਹਾਰਾਜ ਨੇ ਦਾਨ ਦਿੱਤਾ ਸਾਰਿਆਂ ਨੂੰ। ਦਇਆ ਰਾਮ ਜਿਜ ਸਮੋ ਪਛਾਨਾ, ਗੁਰੂ ਘਰ ਦੇ ਜਿਹੜੇ ਪੰਡਤ ਸੀ, ਪ੍ਰੋਤ ਸੀ, ਪੰਡਤ ਦਇਆ ਰਾਮ ਜੀ ਸਨ, ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ। ਉਹ ਜਾਤੀ ਮਲਕ ਦੇ ਪੁੱਤਰ ਸਨ, ਜੋ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਸੀ, ਗੁਰੂ ਕਾ ਸਿੱਖ ਸੀ, ਬਹੁਤ ਵਿਦਵਾਨ ਔਰ ਸ਼ਸਤਰ ਵਿਦ, ਹਰ ਵੇਲੇ ਢਾਲ ਤਲਵਾਰ ਸਜਾ ਕੇ ਰੱਖਦਾ। ਭੰਗਾਣੀ ਦੇ ਜੰਗ ਵਿੱਚ ਦਇਆ ਰਾਮ ਨੇ ਯੁੱਧ ਕੀਤਾ। ਬਚਿੱਤਰ ਨਾਟਕ ਵਿੱਚ ਸਾਹਿਬ ਲਿਖਦੇ ਨੇ ਕਿ ਉਹ ਦ੍ਰੋਣ ਕੀ ਜਿਉ ਮਹਾ ਯੁੱਧ ਸੁਦਮ, ਕਹਿੰਦੇ ਜਿਵੇਂ ਦ੍ਰੋਣਾਚਾਰਿਆ ਲੜਿਆ ਸੀ ਨਾ ਮਹਾਭਾਰਤ ਦੇ ਯੁੱਧ ਵਿੱਚ, ਸਾਡਾ ਵੀ ਦ੍ਰੋਣਾਚਾਰਿਆ ਦਇਆ ਰਾਮ ਲੜਿਆ ਹੈ। ਬੋਲੇ ਸੋਹਣਿਆਰ। ਦਇਆ ਰਾਮ ਤੇ ਜੇ ਸਮੋ ਪਛਾਨਾ, ਜਦੋਂ ਪੰਡਤ ਦਇਆ ਰਾਮ ਜੀ ਨੇ ਵੇਖਿਆ ਵਿਆਹ ਹੋ ਗਿਆ, ਸਮਾਂ ਜਿਵੇਂ ਆਪਾਂ ਆਨੰਦ ਕਾਰਜ ਹੁੰਦਾ ਉਸ ਤੋਂ ਬਾਅਦ ਸਟੇਜ ਸੈਕਟਰੀ ਸਾਹਿਬ ਆਉਂਦੇ ਨੇ ਸਟੇਜ ਤੇ, ਉਹ ਦੋਵਾਂ ਪਰਿਵਾਰਾਂ ਦੀ ਇੰਟਰੋਡਕਸ਼ਨ ਵੀ ਕਰਾਉਂਦੇ ਨੇ। ਉਹ ਇਹ ਵੀ ਦੱਸਦੇ ਨੇ ਬੱਚੀ ਕਿਹੜੇ ਪਰਿਵਾਰ ਚੋਂ ਹੈ, ਬੱਚਾ ਕਿਹੜੇ ਪਰਿਵਾਰ ਚੋਂ ਹੈ। ਅੱਜ ਕੱਲ੍ਹ ਵੀ ਆਪਾਂ ਇੱਦਾਂ ਕਰਦੇ ਹਾਂ, ਜੇ ਕੋਈ ਬੁਲਾਰਾ ਆਇਆ ਹੋਵੇ ਉਹਨੂੰ ਵੀ 2 ਮਿੰਟ ਟਾਈਮ ਦਿੰਦੇ ਨੇ। ਉਸ ਵੇਲੇ ਗੁਰੂ ਘਰ ਦੇ ਸੈਕਟਰੀ ਸਨ ਪੰਡਤ ਦਇਆ ਰਾਮ ਜੀ, ਉਹ ਉੱਠੇ ਹਨ। ਸਗਰੋ ਸਾਖੋ ਚਾਰ ਬਖਾਨਾ, ਉਹਨਾਂ ਨੇ ਸਾਖੋਚਾਰ ਦੱਸਿਆ। ਸਾਖੋਚਾਰ ਕੀ ਹੁੰਦਾ? ਵੰਸ਼ ਪ੍ਰਣਾਲੀ, ਪਿਓ ਦਾਦਾ ਪੜਦਾਦਾ ਬੇਦ ਸੋਢੀ ਕੁਲ ਕਿੱਥੋਂ ਚੱਲੀ ਹੈ, ਕਿਹੜੇ ਕਿਹੜੇ ਮਹਾਂਪੁਰਸ਼ ਹੋਏ ਨੇ, ਗੁਰੂ ਰਾਮਦਾਸ ਜੀ ਮਹਾਰਾਜ, ਫਿਰ ਗੁਰੂ ਅਰਜਨ ਦੇਵ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਪੁੱਤਰ ਹਨ ਜਿਨ੍ਹਾਂ ਦਾ ਅੱਜ ਆਨੰਦ ਕਾਰਜ ਹੋਇਆ, ਗੁਰੂ ਗੋਬਿੰਦ ਸਿੰਘ। ਇਹ ਸਾਖੋਚਾਰ ਬੇਦੀ ਕੁਲ ਸੋਢੀ ਕੁਲ ਦਾ ਪੰਡਤ ਦਇਆ ਰਾਮ ਜੀ ਸੁਣਾ ਰਹੇ ਨੇ। ਝਾਰ ਮਤਾਬੀ ਜੋਤ ਫੁੱਲਵਾਰੀ, ਫਿਰ ਵਿਆਹ ਦਾ ਸਾਰਾ ਸੰਪੰਨ ਹੋ ਗਿਆ ਸਮਾਗਮ। ਫਿਰ ਮਤਾਬੀਆਂ ਬਾਲੀਆਂ, ਫੁਲਵਾੜੀਆਂ, ਫੁੱਲ ਝੜੀਆਂ ਤੇ ਝਾੜ ਜਗਾਏ ਗਏ ਨੇ। ਬਾਜੇ ਬਜਤ ਆਏ ਜਨਵਾਸੇ, ਵਾਜੇ ਗਾਜਿਆਂ ਦੇ ਨਾਲ ਬਰਾਤ ਹੁਣ ਵਾਪਸ ਜੰਝ ਘਰ 'ਚ ਆ ਗਈ ਹੈ। ਬੈਠੇ ਕੇ ਤਿਕ ਸਮੈ ਪ੍ਰਕਾਸ਼ੇ, ਫਿਰ ਕੁਝ ਸਮਾਂ ਬੈਠਿਆਂ ਨੂੰ ਜਦੋਂ ਬੀਤ ਗਿਆ, ਅੱਧਾ ਘੰਟਾ, ਹਿਤ ਆਹਾਰ ਕੋ ਬਹੁਰ ਹਕਾਰੇ, ਹੁਣ ਲੰਗਰ ਦਾ ਟਾਈਮ ਹੋ ਗਿਆ, ਪ੍ਰਸ਼ਾਦੇ ਦਾ, ਰੋਟੀ ਦਾ। ਉਸ ਵੇਲੇ ਉਹਨਾਂ ਦਿਨਾਂ 'ਚ ਸਾਧ ਸੰਗਤ ਦੀ ਘੱਟੋ ਘੱਟ 3 ਰੋਟੀਆਂ ਹੁੰਦੀਆਂ ਸੀ। ਇੱਕ ਨਾਨਕਿਆਂ ਵੱਲੋਂ ਹੁੰਦੀ ਸੀ, ਇੱਕ ਦਾਦਕਿਆਂ ਵੱਲੋਂ ਹੁੰਦੀ ਸੀ, ਇੱਕ ਪਿੰਡ ਵਾਲਿਆਂ ਵੱਲੋਂ ਹੁੰਦੀ ਸੀ। ਜਿਹੜੇ ਪਿੰਡ ਦੇ ਵਿੱਚ ਬਰਾਤ ਆਈ ਹੈ, ਇੱਕ ਰੋਟੀ ਸਾਰਾ ਪਿੰਡ ਦਿੰਦਾ ਸੀ ਇਕੱਠਾ ਹੋ ਕੇ, ਇੱਕ ਟਾਈਮ ਦੀ, ਇੱਕ ਟਾਈਮ। ਯਾਨੀ ਮੰਨ ਲਓ ਰਾਤ ਦੀ ਰੋਟੀ ਜੇ ਪਿੰਡ ਵੱਲੋਂ ਹੋ ਗਈ, ਅਗਲੇ ਦਿਨ ਦੀ ਦੁਪਹਿਰ ਦੀ ਲੜਕੀ ਵਾਲੇ ਦੇ ਪਿਓ ਵੱਲੋਂ ਹੋ ਗਈ, ਤੇ ਉਹ ਸ਼ਾਮ ਦੀ ਰੋਟੀ ਲੜਕੀ ਦੇ ਨਾਨਕਿਆਂ ਵੱਲੋਂ ਹੋ ਗਈ। ਘੱਟੋ ਘੱਟ 3 ਰੋਟੀਆਂ ਤਾਂ ਹੁੰਦੀਆਂ ਸਨ। ਤੇ ਹੁਣ ਬੁਲਾਇਆ ਗਿਆ ਵੀ ਬਰਾਤ ਨੂੰ ਬੇਨਤੀ ਹੈ ਵੀ ਲੰਗਰ ਤਿਆਰ ਹੈ, ਆ ਕੇ ਪ੍ਰਸ਼ਾਦਾ ਛਕੋ। ਸੁਨ ਗਮ ਨੇ ਆਨੰਦਤ ਸਾਰੇ, ਫਿਰ ਪ੍ਰਸ਼ਾਦਾ ਛਕਣ ਖੁਸ਼ੀ ਖੁਸ਼ੀ ਸਾਰੇ ਬਰਾਤੀ ਲੰਗਰ ਵਾਲੇ ਪਾਸੇ ਗਏ ਨੇ। ਜਾਤ ਬਰਾਤ ਸੁਚਿਤ ਹਰ ਬੰਤੀ, ਕਹਿੰਦੇ ਖੁਸ਼ੀ ਹੋ ਕੇ ਬਰਾਤ ਜਾ ਰਹੀ, ਖੁਸ਼ੀ ਖੁਸ਼ੀ ਜਾ ਰਹੀ ਹੈ। ਆਤਿਸ਼ਬਾਜ਼ੀ ਪੁੰਜ ਛੁਟੰਤੀ, ਬੜੀਆਂ ਆਤਿਸ਼ਬਾਜ਼ੀਆਂ ਛੁੱਟ ਰਹੀਆਂ ਨੇ ਅੱਗੇ ਅੱਗੇ। ਉਤੇ ਬਾਰੂਦ ਭਰੇ ਜਗ ਘੋਰੇ, ਆਤਿਸ਼ਬਾਜ਼ੀ ਕਿੱਦਾਂ ਦੀ ਹੁੰਦੀ ਸੀ? ਬਰੂਦ ਦੇ ਘੋੜੇ ਬਣਾਏ ਹੁੰਦੇ ਸੀ, ਉਹਨਾਂ ਨੂੰ ਅੱਗ ਲਾਉਂਦੇ ਸੀ, ਘੋੜੇ ਦੌੜਦੇ ਸੀ। ਹਾਂਜੀ, ਇਤੇ ਉਤ ਜਵਲਤ ਵੇਗ ਤੇ ਦੌਰੇ, ਜਦੋਂ ਅੱਗ ਲਾਉਂਦੇ ਸੀ ਉਹ ਘੋੜੇ, ਜਿਵੇਂ ਅੱਜ ਕੱਲ ਅਨਾਰ ਹੁੰਦੇ ਨੇ, ਫੁੱਲ ਝੜੀਆਂ ਹੁੰਦੀਆਂ ਨੇ, ਚਰਖੀਆਂ ਹੁੰਦੀਆਂ ਨੇ, ਉਦੋਂ ਵੱਡੀਆਂ ਵੱਡੀਆਂ ਹੁੰਦੀਆਂ ਸੀ। ਤੇ ਕਹਿੰਦੇ ਘੋੜੇ ਹੁੰਦੇ ਸੀ, ਉਹਨੂੰ ਅੱਗ ਲਾਉਂਦੇ ਸੀ, ਉਹ ਦੌੜਦੇ ਸੀ।
ਚਾਦਰ ਝਾਰ ਛੁਟਤ ਫੁੱਲਵਾਈ। ਇੱਕ ਚਾਦਰ ਹੁੰਦੀ ਸੀ, ਉਹਨੂੰ ਅੱਗ ਲਾਉਂਦੇ ਅਸਮਾਨ 'ਚ ਉੱਡ ਕੇ ਇਦਾਂ ਖਸਰ ਜਾਂਦੀ ਸੀ ਜਿਵੇਂ ਚਾਦਰ ਹੁੰਦੀ ਨਾ ਚਾਰੇ ਪਾਸੇ ਚਾਰ ਕੋਨਿਆਂ ਵਾਲੀ, ਉਹਨੂੰ ਚਾਦਰ ਕਹਿੰਦੇ ਸੀ। ਫਿਰ ਝਾੜ ਤੇ ਫੁੱਲਵਾਈ ਇਦਾਂ ਦੇ ਜਿਹੜੇ ਉਸ ਵੇਲੇ ਦੀ ਆਤਿਸ਼ਬਾਜ਼ੀ ਸੀ। ਕਵੀ ਜੀ ਉਹਦਾ ਜ਼ਿਕਰ ਕਰ ਰਹੇ। ਇਹ ਜਿਹੜਾ ਗ੍ਰੰਥ ਹੈ ਨਾ ਸਾਧ ਸੰਗਤ ਜੀ, ਇਹ ਇਕੱਲਾ ਇਤਿਹਾਸ ਨਹੀਂ ਹੈ, ਇਹ ਉਸ ਵੇਲੇ ਦਾ ਪੂਰਾ ਹੀ ਨਕਸ਼ਾ ਹੈ। ਇਹ ਸਾਡੇ ਸਾਹਿਤ ਦਾ, ਸਾਡੇ ਕਲਚਰ ਦਾ, ਸਾਡੇ ਸੱਭਿਆਚਾਰ ਦਾ, ਸਾਡੇ ਜੀਵਨ ਦਾ, ਸਾਡੇ ਪੰਜਾਬ ਦਾ ਇੱਕ ਤਰ੍ਹਾਂ ਦਾ ਪੂਰਾ ਕੋਸ਼ ਹੈ, ਖਜ਼ਾਨਾ ਹੈ। ਕੀ ਹੁੰਦਾ ਸੀ ਵਿਆਹਾਂ ਵਿੱਚ, ਅੱਜ ਦੇ ਬੱਚਿਆਂ ਨੂੰ ਪਤਾ ਹੀ ਨਹੀਂ। ਜੇ ਆਪਾਂ ਸੁਣਾਂਗੇ ਪਤਾ ਲੱਗੇਗਾ ਨਾ ਵੀ ਵਿਆਹ ਕਿਵੇਂ ਹੁੰਦੇ ਸੀ ਉਸ ਜ਼ਮਾਨੇ 'ਚ। ਹੁਣ ਕਿੰਨਾ ਤੁਸੀਂ 4 ਦਿਨਾਂ ਤੋਂ ਸੁਣ ਰਹੇ ਹੋ, ਮੇਰਾ ਖਿਆਲ ਇੰਨੀਆਂ ਗੱਲਾਂ ਆਪਾਂ ਨੂੰ ਨਹੀਂ ਪਤਾ ਹੋਣਾ ਵੀ ਪੁਰਾਣੇ ਜ਼ਮਾਨੇ 'ਚ ਵਿਆਹ 'ਚ ਕੀ ਹੁੰਦਾ ਸੀ। ਆਤਿਸ਼ਬਾਜ਼ੀ ਹੁੰਦੀ ਸੀ। ਆਤਿਸ਼ਬਾਜ਼ੀ ਕਿੱਦਾਂ ਦੀ ਹੁੰਦੀ ਸੀ, ਇਹ ਕਵੀ ਜੀ ਲਿਖ ਰਹੇ ਆ। ਕਹਿੰਦੇ ਉਹਦੇ ਵਿੱਚ ਝਾੜ ਹੁੰਦੇ ਸੀ, ਉਹਦੇ ਵਿੱਚ ਘੋੜੇ ਹੁੰਦੇ ਸੀ, ਹਾਥੀ ਹੁੰਦੇ ਸੀ। ਹਾਥੀ ਨੂੰ ਅਗਲੇ ਹਾਥੀ ਆਪਣੇ ਝੰਗਾੜਦੇ ਸੀ। ਫਿਰ ਉਹਦੇ 'ਚ ਦਿਓ ਦਿਉਣੀਆਂ ਹੁੰਦੀਆਂ ਸੀ, ਉੱਤੇ ਜਾ ਕੇ ਡਰਾਉਂਦੀਆਂ ਹਾ ਹਾ ਕਰਕੇ ਹੱਸਦੇ ਸੀਗੇ, ਡਰਾਉਂਦੇ ਸੀਗੇ। ਫਿਰ ਉਹ ਹੋਰ ਤਰ੍ਹਾਂ ਦੀਆਂ ਬੜੀਆਂ ਅਜੀਬੋ ਗਰੀਬ ਆਤਿਸ਼ਬਾਜ਼ੀਆਂ ਛੁੱਟੀਆਂ। ਚਰਖੀ ਫਿਰਤੀ ਉਡਤ ਹਵਾਈ। ਫਿਰ ਚਰਖੀ ਹੁੰਦੀ ਸੀ, ਉਹ ਚਰਖੀ ਫਿਰਦੀ ਸੀ ਤੇ ਹਵਾਈਆਂ ਉਹਨਾਂ ਨੂੰ ਉੱਡ ਕੇ ਜਾਂਦੀਆਂ ਸਨ। ਦੇਵ ਦੇਵਨੀ ਦਾਰੁਣ ਬਨੇ। ਦਿਓ ਦੇਵਣੀ ਦੇਵ ਦੈਂਤ, ਬੜੀਆਂ ਵੱਡੇ ਵੱਡੇ ਦੰਦ ਕੱਢ ਕੇ ਹੱਸਣ ਡਰਾਉਣ ਵਾਲੀ ਸ਼ਕਲਾਂ ਬਣਾ ਕੇ ਉਹਨਾਂ ਨੂੰ ਉਡਾ ਦਿੰਦੇ ਸੀ। ਅਸਮਾਨ 'ਚ ਜਾ ਕੇ ਹੜਹੜਾ ਕੇ ਹੱਸਦੇ ਸੀ। ਬੜੇ ਭਿਆਨਕ ਰੂਪ ਹੁੰਦੇ ਸੀ ਉਹਨਾਂ ਦੇ। ਨਾਦਤ ਬ੍ਰਿੰਦ ਪ੍ਰਕਾਸ਼ਤ ਕਨੇ। ਉਹਨਾਂ 'ਚੋਂ ਠਾ ਦੇ ਪਟਾਕੇ ਵੀ ਵੱਜਦੇ ਸੀ ਤੇ ਉਹਨਾਂ ਦਾ ਰੋਸ਼ਨੀ ਪ੍ਰਕਾਸ਼ ਵੀ ਰਾਤ ਨੂੰ ਬਹੁਤ ਹੁੰਦਾ ਸੀ। ਸਭ ਮੈਂ ਅਧਿਕ ਕੁਲਾਹਲ ਹੋਆ। ਸਾਰੇ ਪਾਸੇ ਜਾਂਜੀਆਂ ਵਿੱਚ ਵੀ ਤੇ ਮਾਂਜੀਆਂ ਵਿੱਚ ਵੀ ਬੜਾ ਕੁਲਾਹਲ ਮਚਿਆ ਹੈ, ਖੁਸ਼ੀ ਹੋਈ ਹੈ। ਅਜਬ ਤਮਾਸ਼ਾ ਨਰਗਨ ਜੋਵਾ। ਇਹ ਗੁਰੂ ਕਲਗੀਧਰ ਦੇ ਵਿਆਹ ਦਾ ਅਜਬ ਤਮਾਸ਼ਾ ਸਭ ਨੇ ਵੇਖਿਆ ਹੈ। ਭਇਓ ਪ੍ਰਕਾਸ਼ ਆਵਨ ਨਭ ਐਸੇ। ਧਰਤੀ ਆਕਾਸ਼ ਤੇ ਇਹੋ ਜਿਹਾ ਪ੍ਰਕਾਸ਼, ਇਹੋ ਜਿਹੀ ਰੋਸ਼ਨੀ ਹੋ ਗਈ ਹੈ। ਬਿਨਾ ਤੇਜ ਤੇ ਬਾਸੁਰ ਜੈਸੇ। ਕਹਿੰਦੇ ਬਿਨਾ ਸੂਰਜ ਦੇ ਦਿਨ ਚੜ ਗਿਆ ਹੈ। ਬਿਨਾ ਸੂਰਜ ਦੇ ਦਿਨ ਹੁੰਦਾ ਕਦੀ? ਸੂਰਜ ਤੋਂ ਬਿਨਾਂ ਦਿਨ ਹੁੰਦਾ? ਅੱਜ ਰਾਤ ਦਾ ਸਮਾਂ ਹੈ, ਗੁਰੂ ਗੋਬਿੰਦ ਸਿੰਘ ਦੇ ਵਿਆਹ ਦੀ ਰਾਤ ਹੈ। ਕਹਿੰਦੇ ਬਿਨਾਂ ਸੂਰਜ ਦੇ ਦਿਨ ਚੜਿਆ ਹੈ। ਆਖੋ ਸ੍ਰੀ ਵਾਹਿਗੁਰੂ। ਇਹੋ ਜਿਹਾ ਪ੍ਰਕਾਸ਼ ਹੋ ਗਿਆ। ਹਾਂਜੀ। ਮਨਹੂ ਮਤਾਬੀ ਪਾਏ ਬਹਾਨਾ। ਮਾਨੋ ਮਤਾਬੀਆਂ ਦਾ ਤੇ ਬਹਾਨਾ ਹੀ ਹੈ। ਮਤਾਬੀ ਦਾ ਤੇ ਮਤਾਬੀ ਜਿਹੜੀ ਹੁੰਦੀ ਨਾ, ਉਹਦੀ ਰੋਸ਼ਨੀ ਆ ਟਿਊਬਾਂ ਵਰਗੀ ਹੁੰਦੀ, ਚਿੱਟੀ ਚਿੱਟੀ। ਜਦੋਂ ਮਤਾਬੀਆਂ ਬਾਲਦੇ ਸੀ ਚਿੱਟੀ ਚਿੱਟੀ ਰੋਸ਼ਨੀ ਹੋ ਜਾਂਦੀ ਸੀ, ਜਿਵੇਂ ਆਪਾਂ ਟਿਊਬਾਂ ਦੀ ਲਾਈਟ ਹੁੰਦੀ ਹੈ। ਹਾਂਜੀ। ਗੁਰੂ ਪ੍ਰਕਾਸ਼ ਦਿਖਾਏ ਮਹਾਨਾ। ਕਹਿੰਦੇ ਮਤਾਬੀਆਂ ਦਾ ਪ੍ਰਕਾਸ਼ ਨਹੀਂ, ਮਤਾਬੀਆਂ ਦਾ ਤੇ ਬਹਾਨਾ। ਪ੍ਰਕਾਸ਼ ਤਾਂ ਕਲਗੀਆਂ ਵਾਲੇ ਦੇ ਨੂਰ ਦਾ ਹੈ। ਕਲਗੀਧਰ ਪਾਤਸ਼ਾਹ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੀ ਹੋ ਰਿਹਾ ਸਾਰੇ ਪਾਸੇ। ਦੇਖ ਭਏ ਵਿਸਮੈ ਨਰ ਨਾਰੀ। ਵੇਖ ਕੇ ਸਭ ਹੈਰਾਨ ਹੋ ਗਏ। ਅਸ ਪ੍ਰਕਾਸ਼ ਮੈਂ ਕਬਹੂ ਨਿਹਾਰੀ। ਕਹਿੰਦੇ ਵਿਆਹ ਬੜੇ ਬੜੇ ਵੇਖੇ, ਰਾਤਾਂ ਨੂੰ ਮਤਾਬੀਆਂ ਵੀ ਬੜੀਆਂ ਬਲਦੀਆਂ ਵੇਖੀਆਂ, ਪਰ ਇਹੋ ਜਿਹਾ ਪ੍ਰਕਾਸ਼ ਨਹੀਂ ਸੀ ਕਦੀ ਵੇਖਿਆ। ਮੰਦ ਮੰਦ ਚੱਲ ਕੇ ਸਭ ਗਏ। ਹੌਲੇ ਹੌਲੇ ਚੱਲ ਕੇ ਸਾਰੇ ਲੰਗਰ ਵਾਲੀ ਥਾਂ ਤੇ ਗਏ ਨੇ, ਜਿੱਥੇ ਲੰਗਰ ਛਕਣਾ ਹੈ। ਪਾਰ ਆਏ ਸੋ ਮਿਲਤੇ ਭਏ। ਬਾਬਾ ਹਰਜਸ ਜੀ ਦੇ ਸੇਵਾਦਾਰ ਅੱਗੋਂ ਦੀ ਦਰਵਾਜ਼ੇ 'ਚ ਮਿਲੇ ਹਨ। ਸਾਦਰ ਅੰਦਰ ਜਾਏ ਬਿਠਾਏ। ਬੜੇ ਸਤਿਕਾਰ ਨਾਲ ਜਾ ਕੇ ਬਰਾਤੀਆਂ ਨੂੰ ਬਿਠਾਇਆ। ਅੱਜ ਕੱਲ ਤਾਂ ਟੇਬਲਾਂ ਤੇ ਖੜੇ ਖੜਾਏ, ਆਪੇ ਪਾਓ ਤੇ ਆਪੇ ਖਾਓ। ਵਿੱਚੇ ਝੂਠ ਮੂਠ ਹੁੰਦੀ ਹੈ, ਨਾ ਕਿਸੇ ਨੇ ਹੱਥ ਧੋਣੇ, ਨਾ ਕਿਸੇ ਨੇ ਧੁਆਣੇ, ਨਾ ਕਿਸੇ ਨੂੰ ਮਰਿਆਦਾ ਦਾ ਪਤਾ। ਵਿੱਚੇ ਹੀ ਝੂਠੇ ਚਿਮਚੇ ਵਿੱਚੇ ਹੀ ਫੇਰੀ ਜਾਂਦੇ। ਉਹੀ ਆਪਾਂ ਅੰਮ੍ਰਿਤਧਾਰੀ ਵੀ ਖਾਈ ਜਾਂਦੇ ਹਾਂ, ਦੂਜੇ ਵੀ ਖਾਈ ਜਾਂਦੇ ਆ। ਪਰ ਮਰਿਆਦਾ ਇਹ ਹੈ ਵੀ ਪੰਗਤ ਲਾਓ, ਬੜੇ ਸਤਿਕਾਰ ਨਾਲ ਪਹਿਲਾਂ ਹੱਥ ਧੋਆਓ। ਹੁਣ ਦੱਸੋ ਕਿਵੇਂ ਕਿਵੇਂ ਲੰਗਰ ਛਕਾਉਂਦੇ ਸੀ ਉਸ ਵੇਲੇ, ਉਹ ਦੱਸ ਰਹੇ ਨੇ। ਹਾਂਜੀ। ਸੁੰਦਰ ਕਰ ਪੰਕਤ ਇੱਕ ਸਾਰੇ। ਬੜੀ ਸੋਹਣੀਆਂ ਪੰਗਤਾਂ ਇੱਕ ਸਾਰ ਲਾਈਆਂ ਗਈਆਂ, ਜਿਵੇਂ ਗੁਰਦੁਆਰੇ ਲੰਗਰ ਪੰਗਤਾਂ ਲੱਗੀਆਂ ਹੁੰਦੀਆਂ, ਇਹਦਾ ਪੰਗਤ ਲਾਈ ਗਈ ਹੈ। ਸੁਠ ਚੌਂਕੀ ਪਰ ਆਸਨ ਡਾਸਾ। ਤੇ ਇੱਕ ਬੜੀ ਸੋਹਣੀ ਚੰਦਨ ਦੀ ਚੌਂਕੀ ਲਿਆਂਦੀ ਹੈ, ਉਹਦੇ ਉੱਤੇ ਸੋਹਣਾ ਚਿੱਟੇ ਰੰਗ ਦਾ ਵਿਛਾਣਾ ਵਿਛਾਇਆ ਹੈ। ਗੁਰ ਬੈਠੇ ਤਿਸ ਪਰ ਢਿੱਗ ਦਾਸਾ। ਉਹਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੈਠੇ ਨੇ
ਤੇ ਨਾਲ ਉਹਨਾਂ ਦੇ ਸੇਵਾਦਾਰ ਬੈਠੇ ਨੇ। ਪਰੋਸਨਹਾਰ ਆਏ ਸਮੁਦਾਏ, ਤੇ ਜਿਹੜੇ ਲੰਗਰ ਛਕਾਉਣ ਵਾਲੇ ਨੇ, ਪਰੋਸਣ ਵਾਲੇ ਨੇ, ਉਹ ਸਾਰੇ ਆ ਗਏ ਨੇ। ਧਰੇ ਥਾਰ ਸਭ ਕੇ ਅਗੁਆਏ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਥਾਲ ਰੱਖੇ ਨੇ। ਹਾਂਜੀ, ਮੋਦਕ ਖੁਰਮੇ ਨੁਗਦੀ ਕਹੀ, ਲੱਡੂ ਪਾਏ ਨੇ ਥਾਲਾਂ ਦੇ ਵਿੱਚ, ਲੱਡੂ ਰੱਖੇ ਨੇ, ਖੁਰਮੇ ਰੱਖੇ ਨੇ, ਨੁਗਦੀਆਂ ਰੱਖੀਆਂ ਨੇ। ਕੇਵਲ ਕ੍ਰਿਤ ਸਿਤਾਗਨ ਸਨੀ, ਘੇਵਰ ਐਡੇ ਐਡੇ ਹੁੰਦੇ ਨੇ। ਹੁਣ ਤਾਂ ਇਹ ਮਠਿਆਈਆਂ ਲੱਭਦੀਆਂ ਨਹੀਂ, ਪੁਰਾਣੇ ਜ਼ਮਾਨੇ ਦੀਆਂ ਕਿਤੇ ਕਿਤੇ ਹਨ ਘੇਵਰ। ਤੇ ਇਸੇ ਤਰ੍ਹਾਂ ਦੇ ਬਹੁਤ ਸੋਹਣੇ ਵਿੱਚ ਘਿਓ ਸ਼ੱਕਰ ਪਾ ਕੇ ਦਿੰਦੇ ਹੁੰਦੇ ਸੀ, ਉਹ ਦਿੱਤੇ ਹਨ। ਸਵਾਦਲ ਮਹਾ ਅੰਮ੍ਰਿਤੀ ਦੀਨਾ, ਇੱਕ ਅੰਮ੍ਰਿਤੀ ਹੁੰਦੀ ਹੈ ਜਿਹੜੀ ਮਾਂ ਦੇ ਆਟੇ ਦੀ ਵੱਡੀ ਸਾਰੀ ਜਲੇਬੀ ਵਰਗੀ ਹੁੰਦੀ ਹੈ, ਕੁੰਡਲ ਅੰਮ੍ਰਿਤੀਆਂ ਦਿੱਤੀਆਂ ਨੇ। ਮੇਵੇ ਬ੍ਰਿੰਦ ਮਿਲਾਵਨ ਕੀਨਾ, ਵਿੱਚ ਬੜੇ ਸੋਹਣੇ ਮੇਵੇ ਪਾ ਕੇ ਸੋਹਣੇ ਪਕਵਾਨ ਬਣਾਏ ਹੋਏ ਨੇ। ਤੁਰਤ ਪਰੋਸਿਓ ਚਤੁਰਨ ਚਾਰੂ, ਪਰੋਸਣ ਵਾਲਿਆਂ ਨੇ ਬੜੀ ਫੁਰਤੀ ਨਾਲ ਪਰੋਸਿਆ। ਮੈਂ ਬੇਨਤੀ ਕਰਾਂ ਨੌਜਵਾਨਾਂ ਨੂੰ, ਲੰਗਰ ਵਰਤਾਣਾ ਵੀ ਸਿੱਖੀਏ। ਇਹ ਵੀ ਲੰਗਰ ਜਦੋਂ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ ਨਾ, ਤੁਸੀਂ ਨੌਜਵਾਨਾਂ ਨੇ ਵਰਤਾਣਾ ਹੁੰਦਾ। ਪਰ ਮੈਂ ਵੇਖਿਆ ਜਿੱਥੇ ਆਪਣੇ ਬੈਠੇ ਹੁੰਦੇ ਨੇ ਉੱਥੇ ਗੇੜਾ ਮਾਰੀ ਜਾਂਦੇ ਵਿਚਾਰਾ, ਜਿਹੜਾ ਦੂਜਾ ਬਾਹਰੋਂ ਆਇਆ ਉਹਦੇ ਵੱਲ ਵੇਖਦੇ ਹੀ ਨਹੀਂ। ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ। ਇਹ ਨਹੀਂ ਕੰਮ ਹੋਣਾ ਚਾਹੀਦਾ, ਸਾਰੇ ਪਾਸੇ ਨਿਗਾਹ ਹੋਣੀ ਚਾਹੀਦੀ। ਕਿਹੜੇ ਬੰਦੇ ਨੂੰ ਪ੍ਰਸ਼ਾਦੇ ਦੀ ਲੋੜ ਹੈ, ਕਿਹੜੀ ਥਾਲੀ 'ਚ ਦਾਲ ਕੋਈ ਨਹੀਂ, ਕਿਹਦੇ ਕੋਲ ਸਬਜ਼ੀ ਨਹੀਂ, ਕਿਹੜਾ ਕੀ ਮੰਗ ਰਿਹਾ, ਉੱਥੇ ਜਾ ਕੇ ਪਹੁੰਚਾਓ। ਇਹ ਫੁਰਤੀ ਵਾਲਾ ਕੰਮ ਹੈ, ਐਵੇਂ ਸੁਸਤੀ ਪਾ ਕੇ ਲੰਗਰ ਨਹੀਂ ਵਰਤਦਾ। ਲੰਗਰ ਵਰਤਾਣਾ ਸਭ ਤੋਂ ਔਖਾ ਕੰਮ ਹੈ, ਆਪਾਂ ਸੌਖਾ ਹੀ ਸਮਝਦੇ ਆ। ਤੇ ਵੇਖਿਆ ਵੀ ਵਿਚਾਰਾ ਬੈਠਾ ਹੁੰਦਾ, ਉਹ ਕੋਈ ਪ੍ਰਸ਼ਾਦਾ ਲਿਆਓ ਜੀ, ਪ੍ਰਸ਼ਾਦਾ ਲਿਆਓ ਜੀ, ਤੇ 4 ਵਾਰੀ ਕਹੇਗਾ ਤੇ ਤਾਂ ਉਹਨੂੰ ਪ੍ਰਸ਼ਾਦਾ ਮਿਲੇਗਾ। ਐਸਾ ਕੰਮ ਨਹੀਂ ਹੋਣਾ ਚਾਹੀਦਾ। ਪੂਰੀ ਫੁਰਤੀ ਨਾਲ ਕਹਿੰਦੇ ਤੁਰਤ ਪਰੋਸਿਓ ਚਤੁਰਨ ਚਾਰਿਓ, ਚਤੁਰ ਬੰਦਿਆਂ ਨੇ, ਸਿਆਣੇ ਬੰਦਿਆਂ ਨੇ ਪਰੋਸਿਆ ਤਾਂ ਕਿ ਕੋਈ ਲਾਂਭਾ ਨਾ ਆਵੇ, ਕਿਸੇ ਨੂੰ ਕੋਈ ਕਮੀ ਨਾ ਰਹਿ ਜਾਵੇ। ਹਾਂਜੀ, ਖਾਨ ਲਗੇ ਬਰ ਸਵਾਦ ਆਹਾਰੂ, ਤੇ ਬੜਾ ਸਵਾਦੀ ਭੋਜਨ ਹੈ ਤੇ ਬੜੇ ਸਵਾਦ ਨਾਲ ਬਰਾਤੀ ਛਕਣ ਲੱਗੇ ਨੇ। ਨਾਰੀ ਦੇ ਨਗਾਰ ਵਿੱਚ ਗੀਤ, ਤੇ ਬਰਾਤੀ ਬਹਿ ਕੇ ਛਕ ਰਹੇ ਨੇ। ਤੇ ਲੜਕੀ ਵਾਲੇ ਪਰਿਵਾਰ ਦੀਆਂ ਬੀਬੀਆਂ ਉੱਤੇ ਬਹਿ ਕੇ ਝਰੋਖੇ 'ਚ ਸਿੱਠਣੀਆਂ ਦੇ ਰਹੀਆਂ ਨੇ। ਸਿੱਠਣੀਆਂ ਜਿਵੇਂ ਗੁਰੂ ਨਾਨਕ ਨੂੰ ਦਿੱਤੀਆਂ ਸੀ। ਚੱਜ ਦਾ ਜਾਂਜੀ ਤੈਨੂੰ ਲੱਭਾ ਨਾ ਲਾੜਿਆ, ਲੈ ਕੇ ਮਰਦਾਨਾ ਆਇਓ ਭੁੱਖਾ ਦਾ ਮਾਰਿਆ। ਏਦਾਂ ਦੇ ਉਹ ਮਿੱਠੇ ਮਿੱਠੇ ਉਲਾਂਭੇ ਵੀ ਦੇਣੇ। ਇਹ ਭੁੱਖਿਆਂ ਦੀ ਬਰਾਤ ਆਈ ਹੈ। ਹਾਂ, ਉਹ ਲਾੜੇ ਨੂੰ ਮਾਂ ਨੇ ਰੋਟੀ ਨਹੀਂ ਖਵਾਈ। ਇੱਦਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਵਿੱਚੇ ਵਿੱਚੇ ਗਾਲਾਂ ਵੀ ਕੱਢ ਦੇਣੀਆਂ। ਉਹਨਾਂ ਗਾਲਾਂ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਬਲਕਿ ਖੁਸ਼ ਹੁੰਦੇ ਆ। ਉਹਨੂੰ ਕਹਿੰਦੇ ਸਿੱਠਣੀਆਂ, ਕਹਿੰਦੇ ਬੀਬੀਆਂ ਸਿੱਠਣੀਆਂ ਦਿੰਦੀਆਂ ਹਨ। ਸਭਿਨ ਸੁਨਾਵਤ ਸੁੰਦਰ ਰੀਤ, ਸੁੰਦਰ ਰੀਤੀ ਦੇ ਨਾਲ ਇਹ ਰਿਵਾਜ ਸੀਗਾ। ਨਾਲੇ ਖਾਣ ਵਾਲੇ ਖਾਈ ਜਾਂਦੇ, ਨਾਲੇ ਹੱਸੀ ਜਾਂਦੇ। ਤੇ ਉਹਨਾਂ ਨੂੰ ਟਕੋਰਾ ਬੀਬੀਆਂ ਜਿਹੜੀਆਂ ਨੇ ਕੁੜੀ ਵਾਲੇ ਪਰਿਵਾਰ ਦੀਆਂ, ਉਹ ਬਰਾਤੀਆਂ ਨੂੰ ਕੋਈ ਨਾ ਮਖੌਲ ਕਰਦੀਆਂ ਹਨ। ਮਿਲ ਸੁਰ ਬਧੂ ਆਦਿਕ ਬ੍ਰਿੰਦਾ, ਕਹਿੰਦੇ ਉਹਨਾਂ ਬੀਬੀਆਂ ਵਿੱਚ ਦੇਵਤਿਆਂ ਦੀਆਂ ਵਹੁਟੀਆਂ ਵੀ ਆ ਕੇ ਭੇਸ ਬਦਲ ਕੇ ਬੈਠੀਆਂ ਨੇ। ਕੰਠ ਮਨੋਹਰ ਪਿਕ ਮਨਿੰਦਾ, ਜਿਨ੍ਹਾਂ ਦੇ ਗਲੇ ਕੋਇਲ ਵਰਗੇ ਮਿੱਠੇ ਸੁਰੀਲੇ ਨੇ। ਜਿਵੇਂ ਕੋਇਲ ਬੋਲਦੀ ਨਾ, ਕੂਕਦੀ ਹੈ, ਏਦਾਂ ਆਵਾਜ਼ ਆਉਂਦੀ ਹੈ ਉਹਨਾਂ ਦੀ। ਹਾਂਜੀ, ਸੁਨਤ ਹਸੇ ਸਭ ਸਹਿਤ ਸਮਾਜਾ, ਬਰਾਤੀ ਨਾਲੇ ਛਕਦੇ ਨੇ, ਨਾਲੇ ਉਹਨਾਂ ਦੀਆਂ ਗਾਲਾਂ ਸੁਣਦੇ ਨੇ, ਨਾਲੇ ਹੱਸਦੇ ਨੇ। ਸਮੈ ਉਛਾ ਵਿਸਾਲ ਵਿਰਾਜਾ, ਬੜਾ ਸੋਹਣਾ ਉਤਸ਼ਾਹ ਦਾ ਸਮਾਂ ਬਣਿਆ ਹੈ। ਸੁਣ ਸੁਣ ਪਿਖ ਪਿਖ ਦੋਹਾਂ ਦਿਸ਼ ਹਰਖੈ, ਸੁਣ ਸੁਣ ਕੇ, ਵੇਖ ਵੇਖ ਕੇ ਦੋਵੇਂ ਪਾਸੇ ਖੁਸ਼ੀ ਹੁੰਦੀ ਹੈ। ਮਨੋ ਆਨੰਦ ਉਨਵ ਕਰ ਬਰਖੈ, ਮਾਨੋ ਆਨੰਦ ਦੀ ਵਰਖਾ ਹੋ ਰਹੀ ਹੈ, ਆਨੰਦ ਵਸ ਰਿਹਾ ਉਤੋਂ। ਅੱਜ ਖੁਸ਼ੀਆਂ ਦਾ ਮੀਂਹ ਵਸ ਰਿਹਾ ਹੈ। ਸਨੇ ਸਨੇ ਸਭ ਅਚਵ ਆਹਾਰਾ, ਸਾਰੇ ਹੌਲੇ ਹੌਲੇ ਲੰਗਰ ਛਕ ਲਿਆ। ਅਧਿਕ ਉਚੇਸ਼ਟ ਵਿਖਾ ਧਨ ਦਾਰਾ। ਉਸ ਤੋਂ ਬਾਅਦ ਜਦੋਂ ਲੰਗਰ ਛਕ ਲਿਆ, ਇੱਕ ਹੋਰ ਰਿਵਾਜ ਸੀ। ਹੁਣ ਇਹਨਾਂ ਚੀਜ਼ਾਂ ਦਾ ਕਵੀ ਜੀ ਕਿਉਂ ਜ਼ਿਕਰ ਕਰ ਰਹੇ ਨੇ ਵੀ 300 ਸਾਲ ਬਾਅਦ, 400 ਸਾਲ ਬਾਅਦ ਸਾਡਾ ਪਿਛਲਾ ਕਲਚਰ ਕੀ ਸੀ ਉਹ ਯਾਦ ਰਵੇ। ਥਾਲਿਆਂ ਦੇ ਵਿੱਚ ਜਿਹੜੀਆਂ ਥਾਲੀਆਂ ਜੂਠੀ ਪੱਤਲਾਂ ਥਾਲੀਆਂ ਨੇ,
ਉਹਨਾਂ ਵਿੱਚ ਰੋਟੀ ਖਾਣ ਵਾਲਾ ਕੁਝ ਪੈਸੇ ਪਾ ਰਿਹਾ, ਥੋੜ੍ਹੇ ਥੋੜ੍ਹੇ ਪੈਸੇ, ਮੰਨ ਲਓ ਰੁਪਈਆ, ਥੇਲੀ, ਜੋ ਵੀ ਕਿਸੇ ਦੀ ਸਮਰੱਥਾ ਹੈ। ਉਹਨੇ ਆਪਣੀ ਜੇਬ 'ਚੋਂ ਪੈਸੇ ਕੱਢੇ ਨੇ, ਜੂਠੀ ਥਾਲੀ 'ਚ ਰੱਖ ਦਿੱਤੇ ਨੇ। ਹਾਂਜੀ, ਹਾਕਲ ਛੰਦ। ਅੱਛਾ ਇਹ ਦੱਸੋ ਵੀ ਇਹ ਜੂਠੀ ਥਾਲੀ 'ਚ ਪੈਸੇ ਕਿਉਂ ਰੱਖੇ ਨੇ? ਇਹ ਕੁਐਸਚਨ ਹੈ ਵੀ ਜੂਠੀ ਥਾਲੀ ਦੇ ਵਿੱਚ ਪੈਸੇ ਰੱਖਣ ਦਾ ਕੀ ਮਤਲਬ ਹੈ? ਮਤਲਬ ਇਹ ਹੈ ਜਿਨ੍ਹਾਂ ਲੋਕਾਂ ਨੇ ਇਹ ਭਾਂਡੇ ਮਾਂਜਣੇ ਨੇ, ਗਰੀਬਾਂ ਨੇ, ਉਹਨਾਂ ਦਾ ਵੀ ਖਿਆਲ ਕਰਨਾ। ਜਿਹੜੇ ਗਰੀਬ ਲੋਕ ਆਏ ਨੇ ਭਾਂਡੇ ਮਾਂਜਣਗੇ, ਕੁਝ ਪੈਸੇ ਉਹਨਾਂ ਨੂੰ ਮਿਲ ਜਾਣਗੇ। ਉਹ ਜਿਹੜੇ ਭਾਂਡੇ ਮਾਂਜਦੇ ਸੀ ਨਾ, ਬੀਬੀਆਂ ਮਾਂਜਦੀਆਂ ਸੀ ਜਾਂ ਬੰਦੇ ਮਾਂਜਦੇ ਸੀ, ਭਾਂਡੇ ਸਫਾਈ ਕਰਦੇ ਸੀ, ਉਹ ਪੈਸੇ ਉਹਨਾਂ ਨੂੰ ਜਾਂਦੇ ਸੀ, ਉਹਨਾਂ ਦਾ ਵੀ ਗੁਜ਼ਾਰਾ ਚੱਲਦਾ ਸੀ। ਇੱਕ ਸਿਸਟਮ ਬਣਿਆ ਹੋਇਆ ਸੀ। ਅੱਜ ਕੱਲ੍ਹ ਮੈਂ ਦੇਖਿਆ ਲੰਗਰ ਦੇ ਰੋਟੀ ਖਾਧੀ, ਥਾਲੀ ਉੱਥੇ ਸੁੱਟੀ ਚੱਲ ਪਏ। ਜਿਹੜੇ ਮਾੜਾ ਮੋਟਾ ਮਾਂਜਦੇ ਨੇ, ਅੱਧੀ ਸਬਜ਼ੀ ਪਲੇਟਾਂ ਦੇ ਵਿੱਚ ਲੱਗੀ ਹੁੰਦੀ ਹੈ, ਮਾਂਜਦੇ ਨਹੀਂ ਚੱਜ ਨਾਲ। ਬੜਾ ਵੱਡਾ ਪਾਪ ਹੈ ਜਿਹੜਾ ਕਿਸੇ ਨੂੰ ਝੂਠ ਖਵਾਉਂਦਾ। ਅੱਬਲ ਤੇ ਆਪਣੀ ਥਾਲੀ ਆਪ ਮਾਂਜੋ, ਇਹ ਵਧੀਆ ਗੱਲ ਹੈ। ਜੇ ਮੰਨ ਲਓ ਕੋਈ ਸਿੰਘ ਸੇਵਾ ਕਰ ਰਿਹਾ, ਮੇਰੀ ਭੈਣ ਕਰ ਰਹੀ ਹੈ, ਸਿੰਘ ਕਰ ਰਿਹਾ, ਤਾਂ ਫਿਰ ਚੱਜ ਨਾਲ ਮਾਂਜੋ, ਐਵੇਂ ਫਾਹ ਨਾ ਵੱਢਿਆ ਕਰੋ। ਪੂਰੀ ਸਫਾਈ ਨਾਲ ਬਰਤਨ ਦੀ ਸਫਾਈ ਕਰੋ, ਤਾਂ ਕਿ ਜਿਹੜਾ ਅੱਜ ਤੋਂ ਬਾਅਦ ਇਸ ਥਾਲੀ 'ਚ ਲੰਗਰ ਛਕੇ, ਉਹਦੇ ਮਨ 'ਚ ਘਿਰਣਾ ਨਾ ਆਵੇ, ਉਹਦਾ ਮਨ ਖਰਾਬ ਨਾ ਹੋਵੇ। ਕਿੰਨੀ ਵੱਡੀ ਸੋਚਣ ਵਾਲੀ ਗੱਲ ਹੈ। ਉਸ ਜ਼ਮਾਨੇ ਵਿੱਚ ਥਾਲੀ 'ਚ ਕੁਝ ਪੈਸੇ ਪਾ ਦਿੰਦੇ ਸੀ। ਪੈਸੇ ਜਿਹੜਾ ਥਾਲੀ ਮਾਂਜੇਗਾ ਉਹਨੂੰ ਮਿਲਣਗੇ, ਉਹਦੀ ਜ਼ਿੰਮੇਵਾਰੀ ਹੋਵੇਗੀ, ਉਹ ਪੂਰੇ ਪਿਆਰ ਨਾਲ ਮਾਂਜੇਗਾ, ਉਹ ਧਿਆਨ ਨਾਲ ਮਾਂਜੇਗਾ। ਹਾਂਜੀ, ਹਾਕਲ ਛੰਦ। ਪੁੰਨ ਪਾਨ ਪਾਨ ਕਰ ਪਾਨਾ। ਫਿਰ ਪਾਣੀ ਪੀਤਾ ਹੈ ਸਾਰਿਆਂ ਨੇ। ਮੁਖ ਚੁਰੀ ਪਖਾਰਨ ਠਾਨਾ। ਮੂੰਹ 'ਚ ਚੁਲੀ ਕੀਤੀ ਹੈ, ਇਹ ਵੀ ਮਰਿਆਦਾ ਹੈ। ਜਦੋਂ ਪ੍ਰਸ਼ਾਦਾ ਛਕ ਲਓ, ਪਾਣੀ ਘੁੱਟ ਮੂੰਹ 'ਚ ਪਾ ਕੇ ਦੰਦਾਂ ਦੇ ਵਿੱਚੋਂ ਘੁਮਾ ਕੇ ਅੰਦਰ ਛਕ ਕਰ ਲਓ, ਤਾਂ ਕਿ ਕੋਈ ਚੀਜ਼ ਦੰਦਾਂ 'ਚ ਨਾ ਫਸੀ ਰਵੇ। ਹਾਂਜੀ, ਸਭ ਉੱਠੇ ਵਹੀਰ ਚੱਲ ਆ। ਫਿਰ ਚੱਲ ਕੇ ਬਰਾਤ ਵਾਲੇ ਲੰਗਰ ਹਾਲ 'ਚੋਂ ਬਾਹਰ ਆ ਗਏ ਨੇ। ਜਨਵਾਸ ਪਹੁੰਚ ਸੁਪਤਾ। ਜੰਝ ਘਰ ਵਿੱਚ ਆ ਕੇ ਸਾਰਿਆਂ ਨੇ ਆਰਾਮ ਕੀਤਾ, ਰਾਤ ਨੂੰ ਸੁੱਤੇ ਨੇ। ਹੁਣ ਭਈ ਪ੍ਰਾਤ ਸਭ ਜਾਗ। ਅੰਮ੍ਰਿਤ ਵੇਲੇ, ਜਦੋਂ ਅੰਮ੍ਰਿਤ ਵੇਲਾ ਹੋਇਆ, ਉਦੋਂ ਸਾਰੇ ਜਾਗ ਪਏ ਨੇ। ਗੁਰਬਾਣੀ ਗਾਵਨ ਲਾਗੇ। ਆਪਣੀ ਗੁਰਬਾਣੀ ਦਾ ਨਿਤਨੇਮ ਕਰਨ ਲੱਗੇ। ਜਪਜੀ ਸਾਹਿਬ ਪੜ੍ਹ ਰਿਹਾ, ਕੋਈ ਆਸਾ ਦੀ ਵਾਰ ਗਾ ਰਿਹਾ, ਕੋਈ ਸੁਖਮਣੀ ਸਾਹਿਬ ਪੜ੍ਹ ਰਿਹਾ। ਆਪਣੇ ਗੁਰੂ ਕੇ ਸਿੱਖ ਬਾਣੀ ਨਾਲ ਜੁੜ ਗਏ ਨੇ। ਸਤਨਾਮ ਸਿਮਰ ਉਰ ਮਹੀਆ। ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਨੇ। ਜੈਕਾਰ ਹੋਤ ਜਹ ਕਹੀਆ। ਜਿੱਥੇ ਕਿਥੇ ਗੁਰੂ ਕਲਗੀਧਰ ਦੀ ਜੈ ਜੈਕਾਰ ਹੋ ਰਹੀ ਹੈ। ਗੁਰ ਲੀਲਾ ਅਧਿਕ ਬਿਲਾਸਾ। ਗੁਰੂ ਸਾਹਿਬ ਦੀ ਲੀਲਾ ਦੇ ਅਨੇਕਾਂ ਹੀ ਕੌਤਕ ਹੋ ਰਹੇ ਨੇ। ਸਭ ਜਾਣੈ ਬੜੋ ਪ੍ਰਕਾਸ਼ਾ। ਸਭ ਜਾਣਦੇ ਨੇ ਗੁਰੂ ਦੀ ਲੀਲਾ ਦਾ ਪ੍ਰਕਾਸ਼ ਹੋ ਰਿਹਾ, ਗੁਰੂ ਹੀ ਕਰਾ ਰਿਹਾ ਹੈ। ਸਭ ਸਿੱਧਾ ਨਿਧ ਖਰੀ ਹੈ। ਗੁਰੂ ਮਹਾਰਾਜ ਦੇ ਚਰਨਾਂ 'ਚ ਸਭ ਸਿੱਧਾ ਨਿਧ ਖਰੀ ਹੈ। ਸਾਰੀਆਂ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਨੇ। ਜੋ ਚਾਹੈ ਸੋ ਤੁਰਤ ਕਰੀ ਹੈ। ਗੁਰੂ ਜੋ ਚਾਹੇ ਸੋ ਕਰ ਸਕਦਾ ਹੈ। ਤਹੇ ਵਸਤ ਕਮੀ ਨਹਿ ਕਾਈ। ਜਿੱਥੇ ਗੁਰੂ ਖੜ ਗਿਆ, ਜਿੱਥੇ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ, ਉੱਥੇ ਕਿਹੜੀ ਚੀਜ਼ ਦੀ ਕਮੀ ਆ ਸਕਦੀ ਹੈ? ਜਹ ਵਿਖੀਐ ਤਹਾਂ ਸਵਾਈ। ਜਿੱਥੇ ਵੇਖੀ ਉੱਥੇ ਵਾਧਾ ਹੀ ਵਾਧਾ ਹੈ, ਵਾਧਾ ਹੀ ਵਾਧਾ ਹੈ। ਸਭ ਲੈਣ ਦੇਣ ਬਾਹੋਵਾ। ਬੜਾ ਲੈਣ ਦੇਣ ਹੋਇਆ ਹੈ। ਨਹਿ ਘਾਟਾ ਕਿਨੂੰ ਜੋਵਾ। ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ। ਟੋਟ ਨਾ ਆਵੇ ਵੱਧੋ ਜਾਏ। ਇਹ ਗੁਰੂ ਨਾਨਕ ਦਾ ਖਜ਼ਾਨਾ ਹੈ। ਬੇਅੰਤ ਸੰਗਤਾਂ ਲੰਗਰ ਛਕ ਰਹੀਆਂ ਨੇ, ਬੇਅੰਤ ਸੰਗਤਾਂ ਵਧਾਈਆਂ ਦੇ ਰਹੀਆਂ ਨੇ, ਦਾਨ ਦੇ ਰਹੀਆਂ ਨੇ, ਲੈ ਰਹੀਆਂ ਨੇ, ਮੁੱਕਦਾ ਹੀ ਨਹੀਂ। ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 23 ਹਾੜ ਨੂੰ ਗੁਰੂ ਕੇ ਲਾਹੌਰ ਵਿਖੇ ਸੰਪੰਨ ਹੋਇਆ। ਆਪਾਂ ਗੁਰੂ ਸਾਹਿਬ ਜੀ ਦੇ ਵਿਆਹ ਦੀ ਕਥਾ ਸਰਵਣ ਕੀਤੀ। ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਇਹ ਖੁਸ਼ੀਆਂ ਸਾਰੇ ਘਰਾਂ ਵਿੱਚ ਆਉਣ। ਉੱਥੇ ਗੁਰੂ ਕੇ ਲਾਹੌਰ ਵਿੱਚ ਜਾ ਕੇ ਦਰਸ਼ਨ ਕਰੋ। ਪੁਰਾਣੇ ਸਿੰਘ ਕਹਿੰਦੇ ਜਿਹਦਾ ਵਿਆਹ ਨਾ ਹੋਵੇ, ਗੁਰੂ ਕੇ ਲਾਹੌਰ ਜਾ ਕੇ ਮੱਥਾ ਟੇਕ ਆਵੇ, ਵਿਆਹ ਹੋ ਜਾਂਦਾ ਸੀ। ਭਾਵਨਾ ਦੀ ਗੱਲਾਂ ਨੇ, ਵਿਸ਼ਵਾਸ ਹੈ। ਕਹਿੰਦੇ ਮੇਰੇ ਸਤਿਗੁਰਾਂ ਦਾ ਵਿਆਹ ਹੋਇਆ, ਮੇਰਾ ਵੀ ਹੋ ਜਾਏਗਾ। ਉੱਥੇ ਜਾ ਕੇ ਅਰਦਾਸ ਕਰੋ, ਕਿਰਪਾ ਹੋ ਜਾਂਦੀ।
ਅੱਜ ਵੀ ਸੰਗਤਾਂ ਮੰਨਦੀਆਂ ਨੇ ਇਸ ਗੱਲ ਨੂੰ। ਗੁਰੂ ਕਾ ਲਾਹੌਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ, ਖਾਲਸੇ ਦੇ ਨਾਨਕੇ ਹਨ। ਆਪ ਜੀ ਨੇ ਕਥਾ ਸਰਵਣ ਕੀਤੀ ਹੈ, ਬਹੁਤ ਪਿਆਰ ਬੰਬੇ ਦੀਆਂ ਸੰਗਤਾਂ ਨੇ ਸਾਰੇ ਗੁਰੂ ਘਰਾਂ ਚੋਂ ਮਿਲਿਆ ਹੈ। ਆ ਨੌਜਵਾਨ ਖਾਲਸਾ ਸੰਗਤਾਂ, ਮਾਈਆਂ, ਬੀਬੀਆਂ, ਭੈਣਾਂ, ਵੀਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਬਹੁਤ ਵੱਡਾ ਸਹਿਯੋਗ ਹੈ। ਸਾਰੇ ਆਪਸ 'ਚ ਰਲ ਕੇ ਰਿਹਾ ਕਰੋ। ਸਭ ਤੋਂ ਵੱਡੀ ਲੋੜ ਹੈ ਸਮੇਂ ਦੀ। ਮਹਾਰਾਜ ਦਾ ਬਚਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਜੇ ਕਿਸੇ ਗੱਲ ਤੇ ਕੋਈ ਮਤਭੇਦ ਹੈ, ਬਹਿ ਕੇ ਵਿਚਾਰ ਕਰ ਲਓ, ਉਹਨੂੰ ਵਿਤੰਡਾਵਾਦ ਨਾ ਬਣਾਓ, ਤੇ ਗੁਰੂ ਮਹਾਰਾਜ ਦਾ ਖਾਲਸਾ ਇਕੱਠਾ ਰਵੇ, ਪਿਆਰ ਨਾਲ ਚੜ੍ਹਦੀ ਕਲਾ ਰਵੇ। ਇਤਨੇ ਬਚਨ ਪ੍ਰਵਾਨ ਕਰਨੇ।